ਤੇ ਮੈਂ ਜ਼ੀਰੋ ਫੀਸ ਤੇ ਇਸ ਲਈ ਕੰਮ ਕਰ ਰਿਹਾ ਕਿਉਂਕਿ ਹਿਊਮੈਨਿਟੀ ਦੇ ਬੇਸ ਤੇ ਸੋਸ਼ਲ ਕਾਜ਼ ਜਿਹੜੇ ਲਵਪ੍ਰੀਤ ਮੁੰਡੇ ਦੇ ਨਾਲ ਧੱਕਾ ਹੋਇਆ, ਉਹਦੀ ਫੈਮਿਲੀ ਨਾਲ ਧੱਕਾ ਹੋਇਆ। ਮੇਰੇ ਕੋਲ ਤਾਂ ਪ੍ਰੂਫ ਹੈਗਾ ਜੀ 13,80,000 ਦੀ ਐਂਟਰੀ ਬੇਅੰਤ ਕੌਰ ਦੇ ਅਕਾਊਂਟ 'ਚ ਗਈ ਹੈ, ਖੁੱਡੀ ਕਲਾਂ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ। ਇਹ ਗਈ ਹੈ 16 ਮਾਰਚ ਨੂੰ। ਤੇ ਉਸ ਟਾਈਮ ਇਹਦਾ ਕੋਈ ਰਿਲੇਸ਼ਨ ਨਹੀਂ ਸੀਗਾ ਸਹੁਰੇ ਵਾਲਾ, ਸਹੁਰੇ ਜਾਂ ਨੂੰਹ ਵਾਲਾ, ਠੀਕ ਹੈ। ਉਹ ਜਿਹੜੀ ਮਾਰਚ ਦੇ ਵਿੱਚ ਇਹ ਅਨਮੈਰਿਡ ਸੀ, ਨਾ ਕੋਈ ਰਿੰਗ ਸੈਰੇਮਨੀ ਸੀ, ਨਾ ਕੋਈ, ਬਸ ਇੱਕ ਕੰਟਰੈਕਟ ਹੋਇਆ ਸੀ ਵੀ ਹਾਂਜੀ ਤੁਸੀਂ ਪੈਸੇ ਲਾਓ। ਤੇ ਇਹਨੇ ਫਿਰ ਮਾਰਚ 'ਚ ਆਪਣੀ ਜਿਹੜੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਹੈ ਉਹ 'ਚ ਵੀ ਡਿਕਲੇਅਰ ਕੀਤਾ ਇਹ ਕਿ ਜਿਹੜੇ ਫੰਡਸ ਨੇ ਇਹ ਮੇਰੇ ਨੇ, ਮੇਰੇ ਪੇਰੈਂਟਸ ਦੇ ਫੰਡ ਨੇ। ਉਹਦੀ ਇੰਟੈਂਸ਼ਨ ਹੀ ਇਹ ਜੀ ਸੀ ਵੀ ਮੈਂ ਘੱਟ ਦਿਨਾਂ ਲਈ ਜਾਊਂਗੀ, ਪਤਾ ਨਹੀਂ ਪਿੱਛੋਂ ਪ੍ਰੀ ਪਲੈਨਡ ਸੀ ਵੀ ਮੈਂ ਲੱਗੂਗਾ ਹੀ ਨਹੀਂ ਵੀਜ਼ਾ, ਤੁਸੀਂ ਆਓ ਸਪੈਂਡ ਕਰੋ ਟਾਈਮ, ਵੀਜ਼ਾ ਆਫਿਸਰ ਨੂੰ ਦਿਖਾਓ, ਫੋਟੋ ਦਿਖਾਓ, ਚੈਟ ਦਿਖਾਓ। ਫਿਰ ਹੁਣ ਜੇ ਮੰਨ ਲਓ ਚੈਟ ਦਿਖਾ ਦੇਵੇ, ਜੇ ਮੰਨ ਲਓ ਵੀਜ਼ਾ ਆਫਿਸਰ ਹੈ ਤਾਂ ਚੈਟ ਮੰਗ ਲੈਂਦਾ ਵੀ ਚੱਲ ਮੈਂ ਤੇਰੇ ਲਾਡੀ ਦਾ ਵੀਜ਼ਾ ਲਾਨਾ। ਉਹ ਚੈਟ ਦਾ ਸਾਰਾ ਕੁਝ ਗਾਹ ਪਾਇਆ ਪਿਆ, ਅੰਗੂਠੇ ਕੀਤੇ ਹੋਏ ਨੇ, ਹਾਂ ਹੂੰ ਬਾਏ ਕੀਤੀ ਆ, ਉਹ ਅਲੱਗ ਦੇਖਦਾ ਵੀ ਕੋਈ ਕਨਵਿੰਸਿੰਗ 10 ਮੈਸੇਜ ਕਰ ਰਿਹਾ ਤਾਂ ਇੱਕ ਮੈਸੇਜ ਦਾ ਰਿਪਲਾਈ ਆ ਰਿਹਾ। ਬਿਲਕੁਲ ਵੀਜ਼ਾ ਆਫਿਸਰ ਕੋਲ ਜਦੋਂ ਚੈਟ ਮੰਗਦਾ ਤਾਂ ਉਹ ਕਹਿੰਦਾ ਇਹ ਤਾਂ ਰਿਲੇਸ਼ਨ ਹੀ ਨਹੀਂ ਹੈ, ਤਾਂ ਤੁਸੀਂ ਕੰਟਰੈਕਟ ਮੈਰਿਜ ਆ ਕੋਈ। ਜਿਹਦੀ ਸਟੱਡੀ ਫਿਨਿਸ਼ ਹੋਈ ਹੈ 30 ਅਪ੍ਰੈਲ 2020 ਨੂੰ ਲੋਕਡਾਊਨ ਲੱਗ ਚੁੱਕਿਆ ਸੀ, ਔਰ ਇਹਦਾ ਵਰਕ ਪਰਮਿਟ ਅਪਰੂਵ ਹੋਇਆ ਤਕਰੀਬਨ ਜਾ ਕੇ ਜੁਲਾਈ ਅਗਸਤ 'ਚ, ਉਹ ਲੋਕਡਾਊਨ 'ਚ ਹੀ ਹੋਇਆ। ਆਪਣਾ ਤੇਰਾ ਵਰਕ ਪਰਮਿਟ ਬੇਅੰਤ ਕੌਰ ਅਪਰੂਵ ਹੋ ਗਿਆ ਲੋਕਡਾਊਨ 'ਚ, ਕੋਵਿਡ ਦੇ ਵਿੱਚ, ਤੇ ਤੇਰੇ ਕੋਲੋਂ ਲਵਪ੍ਰੀਤ ਦੇ ਕਾਗਜ਼ ਭੇਜਣ ਨੂੰ ਟਾਈਮ ਨਹੀਂ ਸੀ। ਆਪਣਾ USA ਵੀਜ਼ਾ ਵੀ ਲਵਾ ਲਿਆ ਵਿਆਹ ਤੋਂ ਪਹਿਲਾਂ ਹੀ, ਪਰ ਅਸੀਂ USA ਡਿਪਾਰਟਮੈਂਟ ਵੀ ਮੈਂ ਈਮੇਲ ਪਾ ਚੁੱਕਿਆ ਵੀ ਇਹਨੂੰ ਜੇ ਉੱਥੇ ਐਂਟਰ ਕਰਨ ਦੀ ਕੋਸ਼ਿਸ਼ ਕਰੇ USA ਤਾਂ ਇਹਦਾ 420 ਦਾ ਪਰਚਾ ਹੈ, ਇਹ ਉਹ ਸਾਰਾ ਮੈਂ ਲਿਖ ਕੇ ਦੇਤਾ ਤਾਂ ਕਿ ਇਹਨੂੰ ਐਂਟਰੀ ਦੇ ਬਾਰਡਰ 'ਤੇ ਹੀ ਫੜ ਲੈਣਾ ਉਹਨਾਂ ਨੇ ਇਹਨੂੰ। ਪਹਿਲੇ ਆਪਣੇ ਪੇਰੈਂਟਸ ਦੇ ਪਾਸਪੋਰਟ ਬਣਵਾਤੇ, ਤੁਸੀਂ ਦੇਖਿਆ ਉਹਨਾਂ ਨੇ ਬੇਅੰਤ ਕੌਰ ਦੇ ਪੇਰੈਂਟਸ ਦੇ ਪਾਸਪੋਰਟ, ਲੇਕਿਨ ਲਾਡੀ ਦੇ ਪੇਰੈਂਟਸ ਨੂੰ ਕਦੇ ਕਿਹਾ ਵੀ ਤੁਸੀਂ ਪਾਸਪੋਰਟ ਬਣਾਓ, ਤੁਸੀਂ ਮੈਨੂੰ ਪੈਸਾ ਲਾ ਕੇ ਭੇਜਿਆ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਮੈਂ ਤੁਹਾਡੀ ਅਹਿਸਾਨ ਮੰਨਦੀ ਹਾਂ। ਆਪਣਾ ਵੀਜ਼ਾ ਵੀ ਲਵਾ ਲਿਆ, ਤੈਨੂੰ USA ਵੀਜ਼ਾ ਲਵਾਉਣ ਦੀ ਕੀ ਲੋੜ ਪੈ ਗਈ, ਹਲੇ ਤੂੰ ਸਟੱਡੀ ਪਰਮਿਟ 'ਤੇ ਗਈਆਂ ਉੱਥੇ। ਅੱਛਾ ਇੱਕ ਗੱਲ ਹੋਰ ਦਾ, ਜੋ ਚਾਚਾ ਜੀ ਬੋਲਦੇ ਮਾਂ ਪਿਓ ਦੇ ਨਾਲ ਹੀ ਬੈਠੇ ਹੁੰਦੇ ਨੇ, ਜੇ ਉਹਨਾਂ ਨੂੰ ਚਾਚੇ ਦੀ ਗੱਲ ਬੁਰੀ ਲੱਗੇ ਤਾਂ ਉਹ ਕਹਿ ਸਕਦੇ ਨੇ ਵੀ ਇਹ ਨਹੀਂ ਗਲਤ ਬੋਲ ਰਹੇ ਆ, ਨਾਲ ਬੈਠੇ ਹੁੰਦੇ ਨੇ ਉਹ। ਰਬਦੀਪ ਸਿੰਘ ਕੀ ਨਾਮ, ਰਬਦੀਪ ਸਿੰਘ, ਉਹਦਾ ਮੈਨੂੰ ਸਵਾਲ, ਮੈਂ ਸਵਾਲ ਕਰਦਾ ਉਹਨੂੰ ਕਿ ਉਹਨੂੰ ਅਪਣਾਊਗਾ, ਵਿਆਹ ਕਰਾਊਗਾ ਉਹਦੇ ਨਾਲ ਵੀ ਹਾਂਜੀ ਮੈਂ ਵਿਆਹ ਕਰਾਉਣਾ ਤੇਰੇ ਨਾਲ, ਤੂੰ ਟਰਬਲ 'ਚ ਆ ਕੇ ਚੱਲ ਮੇਰੇ ਕਰਕੇ ਆਪਾਂ ਇਹ ਜੋ ਕੁਛ ਵੀ ਕੀਤਾ ਚੱਲ ਮੈਂ ਤੈਨੂੰ ਅਪਣਾਉਣਾ। ਹੁਣ ਦਿਖਾਵੇ ਆਪਣਾ ਪਿਆਰ ਮੁਹੱਬਤ ਉਹਦੇ 'ਤੇ। ਸਤਿ ਸ਼੍ਰੀ ਅਕਾਲ ਦੋਸਤੋ, ਬੋਲੀ ਹੌਲੀ ਬਾਬਾ ਦੇਖ ਰਹੇ ਹੋ, ਮੈਂ ਤੁਹਾਡੀ ਹੇਮਨਪ੍ਰੀਤ ਕੌਰ ਖੰਨਾ। ਅੱਜ ਸਾਡੇ ਨਾਲ ਲੀਗਲ ਕਾਉਂਸਲਰ ਮੌਜੂਦ ਨੇ ਲਾਡੀ ਹੁਣਾਂ ਦੀ ਫੈਮਿਲੀ ਦੇ। ਪਹਿਲਾਂ ਵੀ ਤੁਹਾਡੇ ਨਾਲ ਰਾਬਤਾ ਕਰਵਾਇਆ ਸੀ ਇਹਨਾਂ ਦਾ। ਅਸ਼ੋਕ ਅਰੋੜਾ ਜੀ ਸਾਡੇ ਨਾਲ ਨੇ, ਜਿਹੜੇ ਸਪੈਸ਼ਲ ਬਰੈਂਪਟਨ ਤੋਂ ਉਹਨਾਂ ਦਾ ਕੇਸ ਲੜਨ ਲਈ, ਉਹਨੂੰ ਇਨਸਾਫ ਦਿਵਾਉਣ ਲਈ ਇੰਡੀਆ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਰ ਵੈਲਕਮ ਤੁਹਾਡਾ ਚੈਨਲ 'ਤੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਪਹਿਲਾਂ ਵੀ ਕੁਝ ਅਹਿਮ ਖੁਲਾਸੇ ਸੀ ਜਿਹੜੇ ਤੁਸੀਂ ਕੀਤੇ ਸੀਗੇ, ਵੀ ਬੇਅੰਤ ਦੇ ਜਿਹੜੇ ਕੁਝ ਪੁਆਇੰਟ ਦੱਸੇ ਸੀਗੇ, ਸਟਰੋਂਗ ਪੁਆਇੰਟ ਸੀਗੇ। ਕੀ ਮੰਨਦੇ ਹੋ ਵੀ ਹੁਣ ਇਸ ਕੇਸ ਦਾ ਤੁਸੀਂ ਸਟੱਡੀ ਕੀਤੀ ਹੋਊਗੀ, ਕਿੱਥੇ ਤੱਕ ਪਹੁੰਚੇ ਹੋ? ਦੇਖੋ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਇਸ ਕੇਸ ਦੀ, ਕਾਫੀ ਚੀਜ਼ਾਂ ਮੇਰੇ ਸਾਹਮਣੇ ਆਈਆਂ ਨੇ, ਤੇ ਇੱਕ ਦੋ ਦਿਨ ਮੈਨੂੰ ਲੱਗਣਗੇ। ਮੈਂ ਹੋਰ ਜਿਹੜੀਆਂ ਚੀਜ਼ਾਂ ਕੁਛ ਮੈਨੂੰ ਉਹਨਾਂ ਦੇ ਪੇਪਰ ਚਾਹੀਦੇ ਨੇ, ਐਫੀਡੇਵਿਟ ਵਗੈਰਾ, ਮੈਂ ਸਾਈਨ ਕਰਾ ਕੇ ਸਾਰਾ ਮੈਂ ਫਿਰ ਸਬਮਿਟ ਕਰ ਦੂੰਗਾ। ਸਾਰਾ ਕੇਸ CBSA, IRCC ਕੈਨੇਡਾ, ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ, ਆਨਰੇਬਲ ਪ੍ਰਾਈਮ ਮਿਨਿਸਟਰ ਤੇ ਕੈਨੇਡੀਅਨ ਹਾਈ ਕਮਿਸ਼ਨ ਨਿਊ ਦਿੱਲੀ ਨੂੰ ਆਪਣਾ ਕੇਸ ਸਾਰਾ ਸਬੂਤਾਂ ਦੇ ਨਾਲ ਮੈਂ ਆਪਣਾ ਸਬਮਿਟ ਕਰ ਦੂੰਗਾ ਜੀ। ਪਿੱਛੇ ਕੁਝ ਦਿਨਾਂ ਦੇ ਵਿੱਚ ਮਨੀਸ਼ਾ ਗੁਲਾਟੀ ਜੀ ਨੇ ਵੀ ਇੱਕ ਲੈਟਰ ਲਿਖਿਆ ਸੀਗਾ ਜਸਟਿਨ ਟਰੂਡੋ ਜੀ ਨੂੰ, ਉਹਨਾਂ ਦਾ ਰਿਪਲਾਈ ਵੀ ਆਇਆ ਸੀ, ਉਸ ਬਾਰੇ ਕੀ ਸੋਚਦੇ ਹੋ? ਦੇਖੋ ਉਹ ਲੈਟਰ ਮੈਂ ਇੱਕ ਸੋਸ਼ਲ ਮੀਡੀਆ 'ਤੇ ਦੇਖਿਆ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਲੈਟਰ ਲਿਖਿਆ, ਉਹਨਾਂ ਨੇ ਫਿਰ ਰਿਪਲਾਈ ਕੀਤਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਅੱਗੇ ਫਾਰਵਰਡ ਕਰਤਾ ਲੈਟਰ। ਦੇਖੋ ਫਾਰਵਰਡ ਕਰਤਾ ਅਤੇ ਜਦ ਆਪਣੇ ਕੋਲ ਕੋਈ ਨਾਲ ਪ੍ਰੂਫ ਹੀ ਨਹੀਂ ਲਾਇਆ ਹੈਗਾ, ਜਸਟ ਸੋਸ਼ਲ ਡੋਮੇਨ ਜਾਂ ਪਬਲਿਕ ਡੋਮੇਨ ਦੀ ਕੋਈ ਚੀਜ਼ ਆਪਾਂ ਗੱਲਬਾਤ ਕਰਕੇ, ਕੈਨੇਡਾ 'ਚ ਚੱਲਦਾ ਤੁਸੀਂ ਐਵੀਡੈਂਸ ਅਤੇ ਪ੍ਰੂਫ ਚੱਲਦਾ। ਜੇ ਤੁਸੀਂ ਉਹ ਪ੍ਰੂਫ ਜਾਂ ਐਵੀਡੈਂਸ ਭੇਜਦੇ ਹੋ ਫਿਰ ਹੀ ਉਹ ਕੰਸੀਡਰ ਕਰਦੇ ਨੇ। ਜੇ ਤੁਸੀਂ ਐਵੇਂ ਆਪਾਂ ਲਿਖ ਕੇ ਭੇਜ ਦਈਏ ਉਹ ਜ਼ਿਆਦਾ ਕੰਸੀਡਰ ਨਹੀਂ ਹੁੰਦਾ, ਫਾਈਲ ਸਾਈਡ 'ਤੇ ਹੋ ਜਾਂਦੀ ਆ। ਜੇ ਸਰ ਗੱਲ ਕਰੀਏ ਵੀ ਕੈਨੇਡਾ ਦੇ ਵਿੱਚ ਇੱਕ ਹਸਬੈਂਡ ਵਾਈਫ ਦੇ ਇਸ਼ੂਜ਼ ਕਰਕੇ ਇਹ ਚੀਜ਼ ਜਿੱਦਾਂ ਹੋਈ ਹੈ, ਉਸ ਚੀਜ਼ ਨੂੰ ਕਿੱਦਾਂ ਲਿਆ ਜਾਂਦਾ ਹੈ? ਵੀ ਤੁਹਾਨੂੰ ਲੱਗਦਾ ਹੈ ਵੀ ਇਸ ਚੀਜ਼ 'ਤੇ ਕੋਈ ਐਕਸ਼ਨ ਲਿੱਤਾ ਜਾਊਗਾ? ਬਿਕੋਜ਼ ਦੇਖਿਆ ਜਾਵੇ ਇੱਕ ਹਸਬੈਂਡ ਵਾਈਫ ਦੇ ਕੁਝ ਇਸ਼ੂਜ਼ ਕਰਕੇ ਇਹ ਚੀਜ਼ ਹੈ ਜਿਹੜੀ ਲਾਡੀ ਨੇ ਆਪਣੀ ਜਾਨ ਲੈਣ ਦਾ ਜਿਹੜਾ ਸੋਚਿਆ ਹੈ। ਦੇਖੋ ਜਿਹੜਾ ਹਸਬੈਂਡ ਵਾਈਫ ਦਾ ਜੋ ਵੀ, ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਜਿਹੜੇ ਕੇਸ ਫੇਕ ਨਹੀਂ ਹੁੰਦੇ ਹੈਗੇ, ਜਾਲੀ ਨਹੀਂ ਹੁੰਦੇ ਹੈਗੇ, ਜੈਨੂਨ ਕੇਸ ਵੀ ਹੁੰਦੇ ਨੇ। 90% ਜੈਨੂਨ ਕੇਸ ਨੇ,
ਠੀਕ ਹੈ। ਜਿਹੜੇ ਆਹ ਕੇਸ ਹੋਇਆ, ਜਿਵੇਂ ਲਾਡੀ ਦਾ ਕੇਸ ਹੋਇਆ ਜਾਂ ਹੋਰ ਕੁਝ ਕੇਸ ਨੇ ਚੱਲਦੇ ਪਏ ਨੇ, ਹੁਣ ਸਾਹਮਣੇ ਉੱਭਰ ਕੇ ਆਏ ਨੇ, ਠੀਕ ਹੈ। ਅਤੇ ਉਹਦੇ ਨਾਲ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ ਸਾਰੀ ਇਨਫੋਰਮੇਸ਼ਨ ਜਾ ਰਹੀ ਹੈ। ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਜਿਹੜਾ, ਉਹਨਾਂ ਕੋਲ ਹਰ ਦੇਸ਼ ਦੀ ਇੱਕ ਨੈਸ਼ਨਲ ਡਾਕੂਮੈਂਟੇਸ਼ਨ ਪੈਕੇਜ ਹੈ, ਹਰੇਕ ਕੰਟਰੀ ਦਾ, ਉੱਥੇ ਹਰੇਕ ਸਟੇਟ ਦਾ ਡਾਟਾ ਪਿਆ ਹੁੰਦਾ। ਆ ਵੀ ਚੀਜ਼ਾਂ ਸਾਰੀਆਂ ਜਾਣੀਆਂ। ਫਿਰ ਡਿਸੀਜਨ ਅੱਗੇ ਲੈ ਜਾਂਦੇ ਨੇ। ਪੋਲਿਸੀ ਜਿਹੜੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਡਿਪੈਂਡ ਕਰਦੀ ਹੈ ਵੀ ਕੀ ਚੱਲ ਰਿਹਾ ਪਬਲਿਕ ਡੋਮੇਨ 'ਚ। ਮੈਂ ਇਹ ਲੈਟਰ ਇਹ ਵੀ ਲਿਖੂੰਗਾ ਕਿ ਜਿਹੜੀ ਸਖਤਾਈ ਨਾਲ ਕੀਤੀ ਜਾਵੇ। ਹੁਣ ਤੁਸੀਂ ਪ੍ਰਾਈਮ ਮਿਨਿਸਟਰ ਜਿਹੜੇ ਜਸਟਿਨ ਟਰੂਡੋ, ਉਹਨਾਂ ਦੀ ਸਟੇਟਮੈਂਟ ਸੁਣੀ ਹੋਣੀ ਹੈ ਕਿ ਅਸੀਂ ਟਾਈਟ ਨਹੀਂ ਕਰਨ ਜਾ ਰਹੇ ਇਮੀਗ੍ਰੇਸ਼ਨ ਕੋਈ ਵੀ। ਇਸ ਦੇ ਵਿੱਚ ਹੈ ਨਾ ਵੀ ਜੇ ਆਪਾਂ ਦੇਖੀਏ ਵੀ ਜਿੱਦਾਂ ਭਰੀ ਇਕੱਠ ਦੇ ਵਿੱਚ ਇੱਕ ਰਿਪੋਰਟਰ ਵੱਲੋਂ ਪੁੱਛਿਆ ਗਿਆ ਸੀਗਾ ਟਰੂਡੋ ਜੀ ਨੂੰ ਸਵਾਲ, ਅਤੇ ਪੰਜਾਬੀਆਂ ਦੀ ਜੇ ਦੇਖੀਏ ਵੀ ਕਿਤੇ ਨਾ ਕਿਤੇ ਇੱਕ ਇਨਸਲਟ ਵੀ ਹੋਈ ਹੈ ਨਾ ਵੀ ਪੰਜਾਬ ਦੀ ਕੁੜੀ ਸੀਗੀ ਜਾਂ ਇੱਦਾਂ ਮੁੰਡੇ ਨੇ ਇੱਦਾਂ ਕਰ ਲਿਆ, ਆਹ ਚੀਜ਼ ਪਿੱਛੇ ਕਿਤੇ ਨਾ ਕਿਤੇ ਇਨਸਲਟ ਲੈਵਲ ਜਿਹੜਾ ਕਾਫੀ ਵਧਿਆ ਆ। ਦੇਖੋ ਪੰਜਾਬੀ ਦਾ ਆਪਣਾ ਸ਼ੁਰੂ ਤੋਂ ਹੀ ਮਸ਼ਹੂਰ ਨੇ। ਸਿਰਫ ਪੰਜਾਬ ਨਹੀਂ, ਗੁਜਰਾਤ 'ਚੋਂ ਵੀ ਬਹੁਤ ਕੇਸ ਨੇ, ਗੁਜਰਾਤੀ ਵੀ ਕਰਦੇ ਨੇ। ਮੈਂ ਬਹੁਤ ਕੇਸ ਦੇਖੇ ਨੇ, ਮੇਰੇ ਕੋਲ ਆਏ ਨੇ ਗੁਜਰਾਤੀਆਂ ਦੇ ਵੀ ਮਿਸ ਰੈਪ ਦੇ ਕੇਸ ਨੇ। ਪੰਜਾਬੀ ਤਾਂ ਕਰਦੇ ਹੀ ਕਰਦੇ ਨੇ। ਆਪਾਂ 1970 ਤੋਂ ਹੀ ਲਾ ਲਓ ਤੁਸੀਂ, ਜੁਗਾੜ ਆਪਾਂ ਕੋਈ ਨਾ ਕੋਈ ਲੱਭਦੇ ਰਹਿੰਦੇ ਹਾਂ ਬਾਹਰ ਜਾਣ ਦਾ, ਚਾਹੇ UK, USA, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਹੋਵੇ, ਠੀਕ ਹੈ। ਕਿਉਂਕਿ ਇੱਕ ਜਿਹੜੀ ਅਟਰੈਕਸ਼ਨ ਹੈ ਕੈਨੇਡਾ ਦੀ, ਜ਼ਿਆਦਾ ਅਟਰੈਕਸ਼ਨ ਹੈ। ਅਤੇ ਫਰਾਡੂਲੈਂਟ ਡਾਕੂਮੈਂਟ, ਝੂਠ ਬੋਲਣਾ ਐਪਲੀਕੇਸ਼ਨਾਂ 'ਚ, ਠੀਕ ਹੈ। ਉਹ ਮੈਂ ਬਹੁਤ ਕੇਸ ਲੜੇ ਨੇ ਜਿਨ੍ਹਾਂ ਨੇ ਮਿਸ ਰੈਪ ਦੇ, ਜਿਨ੍ਹਾਂ ਦੇ ਇਲਜ਼ਾਮ ਸੀ, ਐਲੀਗੇਸ਼ਨ ਸੀਗੀਆਂ। ਮੈਂ ਉਹਨਾਂ ਨੂੰ ਬਚਾਇਆ ਵੀ ਹੈ, ਉਹਨਾਂ ਦੇ CBSA ਦੇ IRCC ਨੂੰ ਜਵਾਬ ਦੇ ਕੇ। ਇਹ ਇੱਕ ਐਸਾ ਕੇਸ ਹੈ ਜਿਹੜੇ 'ਚ ਆਪਾਂ ਨੇ CBSA ਨੂੰ ਇਹ ਸਾਬਤ ਕਰਨਾ ਕਿ ਇਹਨੇ ਮਿਸਰੈਪ ਕੀਤੀ ਹੈ। ਇਹ ਫਸਟ ਕੇਸ ਮੇਰੇ ਕੋਲ ਆਇਆ ਜਿਹੜਾ। ਵਰਨਾ ਮੇਰੇ ਕੋਲੋਂ ਜਿਹੜੇ ਕੇਸ ਆਉਂਦੇ ਨੇ, ਮੈਂ ਉਹ 'ਚ ਬਹੁਤ ਸਟੂਡੈਂਟਸ ਦੀ, ਬੰਦਿਆਂ ਦੀ ਹੈਲਪ ਕੀਤੀ ਹੈ ਵੀ ਮਿਸਰੈਪ 'ਤੇ ਜਿਹੜੇ ਚਾਰਜਸ ਲੱਗੇ ਨੇ ਉਹ ਮੈਂ ਡਰੋਪ ਕਰਵਾਏ ਨੇ। ਬੜੇ ਕਾਫੀ ਮੈਂ ਹੈਲਪ ਕੀਤੀ ਆ ਉਹਨਾਂ ਦੀ। ਅਤੇ ਇੱਕ ਹਿਊਮੈਨਿਟੀ ਦੇ ਬੇਸ 'ਤੇ ਆਪਾਂ ਕੰਮ ਕਰ ਰਹੇ ਹਾਂ। ਜਿਵੇਂ ਮੁੰਡੇ ਦੀ ਡੈਥ ਹੋ ਗਈ, ਆਪਾਂ ਲਵਪ੍ਰੀਤ ਨੂੰ ਜਸਟਿਸ ਦਿਵਾਉਣਾ, ਉਸ ਦੇ ਬੇਸ 'ਤੇ ਮੈਂ ਇਹ ਜਿਹੜਾ ਇਹਨੂੰ ਪ੍ਰਾਇਰਟੀ ਲੈ ਕੇ ਕੇਸ ਲੜ ਰਿਹਾ। ਸੋ ਤੁਸੀਂ ਦੱਸਿਆ ਸੀ ਉਦੋਂ ਆਪਣੀ ਮੁਲਾਕਾਤ ਹੋਈ ਸੀ ਵੀ ਤੁਸੀਂ 0 ਫੀਸ 'ਤੇ ਕੇਸ ਲੜ ਰਹੇ ਹੋ। ਅੱਜ ਦੇ ਦੌਰ ਦੇ ਵਿੱਚ ਦੇਖੀਏ ਤਾਂ ਲੋਕ ਪੈਸੇ ਦੀ ਦੌੜ ਪਿੱਛੇ, ਦੌੜ ਪੈਸੇ ਦੀ ਲੱਗੀ ਹੋਈ ਹੈ। ਤੁਹਾਡੇ ਮਨ 'ਚ ਇਹ ਚੀਜ਼ ਕਿੱਦਾਂ ਆਈ ਵੀ ਹਾਂ ਮੈਂ ਸਪੈਸ਼ਲ ਤੁਸੀਂ ਕੈਨੇਡਾ ਤੋਂ ਇੰਡੀਆ ਆ ਗਏ? ਦੇਖੋ, ਮੇਰਾ ਸੋਸ਼ਲ ਮੀਡੀਆ 'ਚ ਵੀ ਲੋਕ ਮਜ਼ਾਕ ਉਡਾਉਂਦੇ ਨੇ ਕਿ ਮੈਂ ਆਪਣੀ ਐਡਵਰਟਾਈਜ਼ਮੈਂਟ ਕਰ ਰਿਹਾ ਜਾਂ ਕੁਛ ਕਰ ਰਿਹਾ। ਦੇਖੋ, ਮੈਂ ਇੰਨੀਆਂ ਟਿਕਟੋਕ 'ਤੇ ਵੀਡੀਓ ਪਾਈਆਂ ਨੇ ਕਿ ਮੈਂ 0 ਫੀਸ ਲੈ ਰਿਹਾ। ਜੇ ਮੇਰਾ ਕੈਨੇਡਾ 'ਚ ਕੋਈ ਪੈਸਾ ਲੱਗੂਗਾ, ਮੈਂ ਖੁਦ ਆਪਣੇ ਕੋਲ ਲਾ ਕੇ ਲਾਇਰ ਵੀ ਕਰੂੰਗਾ, ਬੜਾ ਸੀਨੀਅਰ, ਜੇ ਲੋੜ ਪਈ। ਮੈਂ ਇਸਟੈਬਲਿਸ਼ਡ ਹਾਂ ਬੰਦਾ, ਮੇਰਾ ਬਿਜ਼ਨਸ ਅੱਛਾ ਹੈ, ਮੈਨੂੰ ਪਹਿਲਾਂ ਹੀ ਮੇਰਾ ਕੰਮ ਚੱਲ ਰਿਹਾ। ਮੈਂ 2010 ਤੋਂ ਕੰਮ ਕਰ ਰਿਹਾ। ਅਤੇ ਕੋਈ ਐਸੀ ਗੱਲ ਨਹੀਂ ਹੈ ਕਿ ਮੈਨੂੰ ਕੋਈ ਪੈਸੇ ਵਜੋਂ ਮੈਨੂੰ ਕੋਈ ਜ਼ਿਆਦਾ ਜ਼ਰੂਰਤ ਹੈ। ਮੈਂ ਸਿੰਪਲ ਜਿਹਾ ਬੰਦਾ, ਸਿੰਪਲ ਲਾਈਫ ਜੀਣ ਵਾਲਾ ਬੰਦਾ ਜਿਹੜਾ ਘੱਟ ਪੈਸੇ ਨਾਲ ਵੀ ਵਧੀਆ ਕੰਮ ਚਲਾ ਜਾਂਦਾ, ਕੋਈ ਐਸੀ ਗੱਲ ਨਹੀਂ ਹੈਗੀ। ਅਤੇ ਮੈਂ 0 ਫੀਸ 'ਤੇ ਇਸ ਲਈ ਕੰਮ ਕਰ ਰਿਹਾ ਕਿਉਂਕਿ ਹਿਊਮੈਨਿਟੀ ਦੇ ਬੇਸ 'ਤੇ ਸੋਸ਼ਲ ਕਾਜ਼ ਜਿਹੜੇ ਲਵਪ੍ਰੀਤ ਮੁੰਡੇ ਦੇ ਨਾਲ ਧੱਕਾ ਹੋਇਆ, ਉਹਦੀ ਫੈਮਿਲੀ ਨਾਲ ਧੱਕਾ ਹੋਇਆ। ਉਹਨੇ ਇੰਟਰਵਿਊ 'ਚ ਮੰਨਿਆ ਕਿ ਮੇਰੇ ਘਰਦਿਆਂ ਨੇ ਆਈਲੈਟਸ ਤੋਂ ਬਾਅਦ ਮੁੰਡਾ ਲੱਭਣਾ ਸ਼ੁਰੂ ਕਰਤਾ। ਅਤੇ ਉਹ ਮੁੰਡਾ ਕਿਉਂ ਲੱਭਣਾ ਸ਼ੁਰੂ ਕਰਤਾ? 18 ਸਾਲ ਦੀ ਉਮਰ 'ਚ ਕੌਣ ਲੱਭਦਾ ਕੁੜੀ ਲਈ ਮੁੰਡਾ, ਠੀਕ ਹੈ। ਉਹ ਪੈਸਾ, ਉਹਨੇ ਆਈਲੈਟਸ ਕੀਤੀ ਅਤੇ ਮੁੰਡਾ ਦੇਖਿਆ ਵੀ ਜਿਹੜਾ ਲਵਪ੍ਰੀਤ ਸਿੰਘ ਦੀ ਫੈਮਿਲੀ ਮਿਲ ਗਈ ਅਤੇ ਉਹ 'ਤੇ ਪੈਸਾ ਉਹਨਾਂ ਤੋਂ ਲਵਾ ਲਿਆ। 16,80,000 ਦੀ ਜਿਹੜੀ ਫੀਸ ਲਵਪ੍ਰੀਤ ਦੇ ਡੈਡੀ ਨੇ ਐਂਟਰੀ ਟਰਾਂਸਫਰ ਕੀਤੀ ਹੈ ਬੇਅੰਤ ਕੌਰ ਦੇ ਅਕਾਊਂਟ 'ਚ, HDFC ਬੈਂਕ ਤੋਂ ਸਟੇਟ ਬੈਂਕ ਆਫ ਇੰਡੀਆ ਖੁੱਡੀ ਕਲਾਂ ਬ੍ਰਾਂਚ ਗਈ ਹੈ 16 ਮਾਰਚ। ਪ੍ਰੂਫ ਹੈਗੇ ਨੇ? ਹਾਂ, ਮੇਰੇ ਕੋਲ ਤਾਂ ਪ੍ਰੂਫ ਹੈਗਾ ਜੀ। 13,80,000 ਦੀ ਐਂਟਰੀ ਬੇਅੰਤ ਕੌਰ ਦੇ ਅਕਾਊਂਟ 'ਚ ਗਈ ਹੈ ਖੁੱਡੀ ਕਲਾਂ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ। ਇਹ ਗਈ ਹੈ 16 ਮਾਰਚ ਨੂੰ। ਅਤੇ ਉਸ ਟਾਈਮ ਇਹਦਾ ਕੋਈ ਰਿਲੇਸ਼ਨ ਨਹੀਂ ਸੀਗਾ ਸਹੁਰੇ ਵਾਲਾ, ਸਹੁਰੇ ਜਾਂ ਨੂੰਹ ਵਾਲਾ, ਠੀਕ ਹੈ। ਉਹ ਜਿਹੜੀ ਮਾਰਚ ਦੇ ਵਿੱਚ ਇਹ ਅਨਮੈਰਿਡ ਸੀ, ਨਾ ਕੋਈ ਰਿੰਗ ਸੈਰੇਮਨੀ ਸੀ, ਨਾ ਕੋਈ, ਬਸ ਇੱਕ ਕੰਟਰੈਕਟ ਹੋਇਆ ਸੀ ਵੀ ਹਾਂਜੀ ਤੁਸੀਂ ਪੈਸੇ ਲਾਓ। ਅਤੇ ਇਹਨੇ ਫਿਰ ਮਾਰਚ 'ਚ ਆਪਣੀ ਜਿਹੜੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਹੈ ਉਹ 'ਚ ਵੀ ਡਿਕਲੇਅਰ ਕੀਤਾ ਇਹ ਕਿ ਜਿਹੜੇ ਫੰਡਸ ਨੇ ਇਹ ਮੇਰੇ ਨੇ, ਮੇਰੇ ਪੇਰੈਂਟਸ ਦੇ ਫੰਡ ਨੇ। ਹੁਣ ਆਪਾਂ ਇਹ ਪ੍ਰੂਵ ਕਰਨਾ ਵੀ ਜਿਹੜਾ ਇਹਦੀ ਐਂਟਰੀ ਹੋਈ ਹੈ ਸਟੱਡੀ ਪਰਮਿਟ 'ਤੇ ਉਹ ਵੀਜ਼ਾ ਆਫਿਸਰ ਕੋਲੋਂ ਐਰਰ ਹੋਈ ਹੈ। ਐਰਰ ਕਿਵੇਂ ਹੋਈ ਹੈ? ਜਦੋਂ ਵੀਜ਼ਾ ਦੀ ਐਪਲੀਕੇਸ਼ਨ ਗਈ ਮਾਰਚ 2018 'ਚ, ਉਹਦੇ ਕੋਲੋਂ ਪ੍ਰੈਜ਼ੈਂਟ ਕੀਤੇ ਗਏ ਫੈਕਟਸ, ਉਹਦੀ ਐਪਲੀਕੇਸ਼ਨ IMM1294, ਉਹ 'ਚ ਦੱਸਿਆ ਗਿਆ ਵੀ ਇਹ ਜਿਹੜੇ ਫੰਡਸ ਨੇ ਮੇਰੇ ਪੇਰੈਂਟਸ ਦੇ ਨੇ, ਠੀਕ ਹੈ। ਜਾ ਕੇ ਫੰਡ ਉਹ 13,80,000 ਲੈ ਰਹੀ ਹੈ ਬਲਵਿੰਦਰ ਸਿੰਘ ਜੀ ਕੋਲ, ਜੇ ਲਵਪ੍ਰੀਤ ਦੇ ਲਾਡੀ ਦੇ ਡੈਡੀ ਕੋਲੋਂ, ਠੀਕ ਹੈ। ਇਹ ਕਿਵੇਂ ਹੁਣ ਅਪਰੂਵ ਹੋਊਗਾ ਵੀ ਉਹਦਾ ਉਸ ਟਾਈਮ ਦੀ ਮੈਰਿਜ ਨਹੀਂ ਹੋਈ? ਮੈਰਿਜ ਹੋਈ ਹੈ 7 ਅਗਸਤ 2019 ਨੂੰ। ਇਹ 2018 ਦੀ ਗੱਲ ਹੈ, ਇਹ ਮਾਰਚ 2018 ਦੀ ਗੱਲ ਹੈ। ਉਸ ਟਾਈਮ ਕੋਈ ਸਟੇਟਸ ਨਹੀਂ ਸੀਗਾ ਰਿਲੇਸ਼ਨਸ਼ਿਪ ਦਾ ਜਾਂ ਸਹੁਰੇ ਦਾ ਜਾਂ ਨੂੰਹ ਦਾ, ਕੋਈ ਉਹ ਬਾਅਦ 'ਚ ਸਟੈਬਲਿਸ਼ ਹੋਇਆ, ਠੀਕ ਹੈ। ਅਤੇ ਇਹ ਜਸਟੀਫਾਈਡ ਨਹੀਂ ਹੈਗਾ, ਬਿਲਕੁਲ 100% ਇਹ ਮਿਸਰੈਪ ਹੈ। ਅੰਡਰ ਸੈਕਸ਼ਨ 40 ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ, ਚਾਹੇ ਬੰਦਾ ਸਟੱਡੀ ਪਰਮਿਟ 'ਤੇ ਐਂਟਰ ਕਰ ਗਿਆ, ਚਾਹੇ ਵਰਕ ਪਰਮਿਟ 'ਤੇ ਹੈ, ਚਾਹੇ PR ਬਣ ਗਿਆ, ਤਾਂ ਉਹਦੀ ਜਿਹੜੀ PR ਦੀ ਐਪਲੀਕੇਸ਼ਨ ਜਾਂ ਸਿਟੀਜ਼ਨਸ਼ਿਪ ਵੀ ਕੈਂਸਲ ਹੋ ਸਕਦੀ ਹੈ।
ਇਹ ਕੈਨੇਡਾ ਦੇ ਲਾਅ 'ਚ ਕਲੀਅਰਲੀ ਲਿਖਿਆ ਹੈ। ਮਿਸ ਰੈਪ ਦਾ ਕੇਸ ਤੁਸੀਂ ਅੰਡਰ ਸੈਕਸ਼ਨ 40 ਤੁਸੀਂ, ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਿੰਦਾ, ਉਹ 'ਚ ਮਿਸ ਰੈਪ ਅੰਡਰ ਸੈਕਸ਼ਨ ਜਿਹੜੀ ਮਟੀਰੀਅਲ ਫੈਕਟ ਆ, ਜਿਹੜੀ ਡਾਕੂਮੈਂਟਰੀ ਫਰਾਡ ਹੈ 'ਚ 13,80,000 ਲਿਆ ਬੰਦੇ ਕੋਲੋਂ ਤੇ ਡਿਕਲੇਅਰ ਕਰਤਾ ਆਪਣਾ। ਹਾਂਜੀ ਪਰ ਸਰ ਦੇਖਿਆ ਜਾਵੇ ਇੱਕ 17 ਸਾਲ ਦੀ ਉਮਰ ਮੈਂ ਕਹਿੰਦੀ ਹਾਂ ਕੁਝ ਨਹੀਂ ਹੁੰਦੀ ਹੈਗੀ ਵੀ, ਉਹ ਇੱਕ ਕਹਾਂਗੇ ਆਪਾਂ ਟੀਨ ਏਜ ਦੇ ਵਿੱਚ ਹੀ ਆਉਂਦਾ। ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਵੀ ਆਪਣੇ ਸਮਾਜ ਦੇ ਵਿੱਚ ਜੋ ਹੋ ਰਿਹਾ ਹੈ ਵੀ 17 ਜਾਂ 12th ਕੁੜੀਆਂ ਕਰਦੀਆਂ ਨਹੀਂ ਹੈਗੀਆਂ ਵੀ ਮੁੰਡਾ ਦੇਖਣਾ ਸ਼ੁਰੂ ਕਰ ਦਿੰਦੇ ਨੇ? ਤੁਸੀਂ ਮੰਨਦੇ ਹੋ ਵੀ ਕੈਪੇਬਲ ਏਜ ਹੁੰਦੀ ਹੈ ਵੀ ਇੱਕ ਵਿਆਹ ਕਰਨੀ, ਕਿਉਂਕਿ ਵਿਆਹ ਤੋਂ ਬਾਅਦ ਕਿਸੇ ਨਵੀਂ ਫੈਮਿਲੀ ਨੂੰ ਅਡੈਪਟ ਕਰਨਾ, ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਪੈ ਜਾਂਦੀਆਂ ਨੇ। ਤੁਸੀਂ ਇਸ ਚੀਜ਼ ਅਗਰੀ ਕਰਦੇ ਹੋ ਵੀ ਇਹ ਚੀਜ਼ ਨਹੀਂ ਏਜ ਹੈਗੀ ਵੀ ਹਾਂ ਆਪਾਂ ਉਹ ਏਜ ਦੇ ਵਿੱਚ ਆਪਾਂ ਵਿਆਹ ਕਰਨ ਦਾ ਸੋਚ ਦਈਏ? ਦੇਖੋ ਇਹ ਤਾਂ ਇੱਕ ਬਾਲ ਵਿਵਾਹ ਕਹਿੰਦੇ, ਮੈਂ ਬਾਲ ਵਿਵਾਹ ਹੋ ਗਿਆ। ਜਿਵੇਂ ਜਿਹੜੀ ਕੈਨੇਡੀਅਨ, ਮੈਂ ਗੱਲ ਕਰੂੰਗਾ ਸਿਰਫ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੇ ਵੀ ਉੱਥੇ ਇਹਦਾ ਇਹ ਕੀ ਗੱਲ ਬਣਦੀ ਹੈ। ਇੱਥੇ ਤਾਂ ਚਲੋ ਬੁਰਾਈਆਂ ਇੰਡੀਆ 'ਚ ਬਹੁਤ ਨੇ। ਬਿਹਾਰ 'ਚ 14 ਸਾਲ ਦੀ ਕੁੜੀ ਦਾ ਵਿਆਹ ਕਰ ਦਿੰਦੇ ਨੇ, ਠੀਕ ਹੈ। ਉਹ 14 ਤੋਂ ਲੈ ਕੇ 20 ਦਾ 18 ਸਾਲ ਤੱਕ ਦੇ ਪਹਿਲਾਂ ਹੀ ਵਿਆਹ ਹੋ ਜਾਂਦਾ, ਬੱਚੇ ਵੀ ਹੋ ਜਾਂਦੇ 16 ਸਾਲ ਦੀ ਉਮਰ 'ਚ। ਹਰੇਕ ਸਟੇਟ ਦਾ ਡਾਟਾ ਪਿਆ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ। ਪੰਜਾਬ 'ਚ ਜਿਹੜੀ ਏਜ ਹੈ ਵਿਆਹ ਦੀ 25-26 ਸਾਲ ਹੈ। ਇਹ ਹੁਣ ਜਿਹੜਾ 18 ਸਾਲ ਦੀ ਉਮਰ 'ਚ ਵੀਜ਼ਾ ਲਿਆ ਉਹਨੇ ਤੇ ਨਾਲੇ ਰਿੰਗ ਸੈਰੇਮਨੀ ਕਰ ਲਈ, ਕੀ ਰੀਜ਼ਨ ਸੀਗੇ ਉਹਦੇ? ਇਹਦੇ ਸਾਰਾ ਕੁਝ ਵੀਜ਼ਾ ਆਫਿਸਰ ਸਰਾਊਂਡਿੰਗ ਸਰਕਮਸਟੈਂਸਿਸ, ਸੀਕੁਐਂਸ ਆਫ ਇਵੈਂਟਸ ਤੇ ਟਾਈਮਲਾਈਨ ਸਾਰਾ ਦੇਖ ਕੇ ਵੀਜ਼ਾ ਆਫਿਸਰ ਸਾਰੀ ਫਾਈਲ ਦੇਖਦਾ। ਉਹਦਾ ਜੇ ਵੀਜ਼ਾ ਲਾ ਵੀ ਦਿੰਦੀ, ਵਰਕ ਪਰਮਿਟ ਉਹਨੇ ਲਾਉਣੇ ਨਹੀਂ ਸੀਗਾ, ਕਿਉਂਕਿ ਇਹਦੀ ਇੰਟੈਂਸ਼ਨ ਇਹ ਗੱਲ ਸੀ 10 ਦਿਨ ਲਾਈ ਸਿਰਫ ਰਹਿਣ ਲਈ। ਇਹ 4 ਮਹੀਨੇ ਫ੍ਰੀ ਸੀਗੀ ਉਸ ਟਾਈਮ, ਸਮਰ ਬ੍ਰੇਕ ਸੀ। ਤੁਸੀਂ ਵੈਬਸਾਈਟ ਕੱਢ ਕੇ ਦੇਖ ਲਓ ਉੱਥੇ ਦੀ, ਤੁਸੀਂ ਪਹਿਲਾਂ ਵੀ ਦੱਸੀ ਸੀਗੀ ਆਪਣੇ ਚੈਨਲ। ਹਾਂਜੀ। ਤੇ ਉਹਦੀ ਇੰਟੈਂਸ਼ਨ ਹੀ ਇਹ ਜੀ ਸੀ ਵੀ ਮੈਂ ਘੱਟ ਦਿਨਾਂ ਲਈ ਜਾਊਂਗੀ, ਪਤਾ ਨਹੀਂ ਪਿੱਛੋਂ ਪ੍ਰੀ ਪਲੈਨਡ ਸੀ ਵੀ ਮੈਂ ਲੱਗੂਗਾ ਹੀ ਨਹੀਂ ਵੀਜ਼ਾ। ਤੁਸੀਂ ਆਓ, ਸਪੈਂਡ ਕਰੋ ਟਾਈਮ, ਵੀਜ਼ਾ ਆਫਿਸਰ ਨੂੰ ਦਿਖਾਓ, ਫੋਟੋ ਦਿਖਾਓ, ਚੈਟ ਦਿਖਾਓ। ਫਿਰ ਹੁਣ ਜੇ ਮੰਨ ਲਓ ਚੈਟ ਦਿਖਾ ਦੇਵੇ, ਜੇ ਮੰਨ ਲਓ ਵੀਜ਼ਾ ਆਫਿਸਰ ਹੈ ਤਾਂ ਚੈਟ ਮੰਗ ਲੈਂਦਾ ਵੀ ਚੱਲ ਮੈਂ ਤੇਰੇ ਲਾਡੀ ਦਾ ਵੀਜ਼ਾ ਲਾਨਾ। ਉਹ ਚੈਟ ਦਾ ਸਾਰਾ ਕੁਝ ਗਾਹ ਪਾਇਆ ਪਿਆ, ਅੰਗੂਠੇ ਕੀਤੇ ਹੋਏ ਨੇ, ਹਾਂ ਹੂੰ ਬਾਏ ਕੀਤੀ ਆ। ਉਹ ਅਲੱਗ ਦੇਖਦਾ ਵੀ ਕੋਈ ਕਨਵਿੰਸਿੰਗ 10 ਮੈਸੇਜ ਕਰ ਰਿਹਾ ਤਾਂ ਇੱਕ ਮੈਸੇਜ ਦਾ ਰਿਪਲਾਈ ਆ ਰਿਹਾ। ਬਿਲਕੁਲ। ਵੀਜ਼ਾ ਆਫਿਸਰ ਕੋਲ ਜਦੋਂ ਚੈਟ ਮੰਗਦਾ ਤਾਂ ਉਹ ਕਹਿੰਦਾ ਇਹ ਤਾਂ ਰਿਲੇਸ਼ਨ ਹੀ ਨਹੀਂ ਹੈ, ਤਾਂ ਤੁਸੀਂ ਕੰਟਰੈਕਟ ਮੈਰਿਜ ਹੈ, ਕੋਈ ਜੈਨੂਨ ਮੈਰਿਜ ਨਹੀਂ ਮੰਨਦੇ ਇਹਨੂੰ। ਕੰਟਰੈਕਟ ਮੈਰਿਜ ਨੂੰ ਕਿੱਦਾਂ ਦਿੱਤਾ ਜਾਂਦਾ ਉੱਥੇ? ਕੋਈ ਹੈਗਾ ਆਫੈਂਸਿਵ ਕੁਝ ਹੈਗੀ? ਹਾਂਜੀ ਉਹ ਕੰਟਰੈਕਟ ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ ਜਿਹੜੀ 4 ਹੈ ਉਹ ਕੈਨੇਡਾ ਦੀ, ਉਹਦੇ 'ਚ ਮੈਰਿਜ ਆਫ ਕਨਵੀਨੀਅੰਸ ਬੈਡ ਫੇਥ ਮੈਰਿਜ ਹੈ ਟੂ ਗੇਨ ਦਾ ਇਮੀਗ੍ਰੇਸ਼ਨ ਆਫ ਕੈਨੇਡਾ, ਜਸਟ ਟੂ ਜਿਵੇਂ ਸਟੱਡੀ ਪਰਮਿਟ ਉਹਨੇ ਲਿਆ, ਉਸ ਕਿਸ ਲਈ ਸਟੱਡੀ ਪਰਮਿਟ ਲਈ ਪਹਿਲਾਂ ਪੈਸੇ ਲਵਾਏ ਲਵਪ੍ਰੀਤ ਦੇ ਡੈਡੀ ਦੇ। ਉਹਦੀ ਇੰਟੈਂਸ਼ਨ ਕੀ ਸੀ? ਸਟੱਡੀ ਦੀ ਨਹੀਂ ਸੀ, ਮੈਂ ਗੇਨ ਕਰੂੰਗੀ ਇਮੀਗ੍ਰੇਸ਼ਨ, ਚਾਹੇ ਸਟੱਡੀ ਤੋਂ ਬਾਅਦ PR ਜਾਂ ਵਰਕ ਪਰਮਿਟ ਜਾਂ PR, ਤੇ ਫਿਰ ਮੁੰਡੇ ਨੂੰ ਬੁਲਾਉਂਗੀ। ਉਹ ਕੰਟਰੈਕਟ ਹੋ ਗਿਆ, ਮੰਨਿਆ ਜਾਂਦਾ ਕੈਨੇਡਾ ਜੀ। ਬਿਲਕੁਲ ਮਿਸ ਰੈਪ ਦਾ ਕੇਸ ਆ ਜੀ। ਇੱਕ ਤਾਂ ਜਿਵੇਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਝੂਠ, ਫਿਰ ਵਰਕ ਪਰਮਿਟ ਦੀ ਐਪਲੀਕੇਸ਼ਨ ਸਿੰਗਲ ਲਿਖਤਾ, ਉਹ ਵੀ ਕ੍ਰਾਈਮ। ਤੇ ਇਹ ਇੱਕ ਬਹੁਤ ਬੜਾ ਕ੍ਰਾਈਮ ਹੈ ਮਿਸ ਰੈਪ ਜਿਹੜੀ ਹੈਗੀ ਆ, ਮੈਰਿਜ ਆਫ ਕਨਵੀਨੀਅੰਸ ਕਿਹਾ ਜਾਂਦਾ, ਕਿਉਂਕਿ ਜਿਹੜੇ ਸਰਾਊਂਡਿੰਗ ਇਵੈਂਟਸ ਨੇ, ਜਿਹੜੇ ਸਰਾਊਂਡਿੰਗ ਸਰਕਮਸਟੈਂਸਿਸ, ਉਹ ਸਾਫ਼ ਕਲੀਅਰ ਕਰਦੀਆਂ ਨੇ 10 ਦਿਨ ਲਿਆ ਕੇ ਰਹਿਣਾ, ਮੈਰਿਜ ਅੰਗੇਜਮੈਂਟ ਕਰ ਜਾਣਾ ਵੀਜ਼ਾ ਲੱਗੇ ਤੇ ਮਾਰਚ ਤੋਂ ਬਾਅਦ ਜਦੀ, ਤੇ ਉਸ ਤੋਂ ਬਾਅਦ ਫਿਰ ਸਾਲ ਆਉਣਾ ਨਾ, ਠੀਕ ਹੈ, ਫਿਰ 10 ਦਿਨ ਲਈ ਆਉਣਾ ਸਿਰਫ, ਤੇ ਝੂਠ ਬੋਲਣਾ ਮੈਨੂੰ ਛੁੱਟੀ ਨਹੀਂ ਮਿਲਦੀ ਹੈ। ਇਹ ਜਿਹੀਆਂ ਗੱਲਾਂ ਸਾਰੀਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਸਾਰਾ ਫਰਾਡ ਪਤਾ ਲੱਗ ਜਾਂਦਾ ਹੈ, ਕਲੀਅਰਲੀ ਉਹਨਾਂ ਕੋਲ ਡਾਟਾ ਪਿਆ ਸਾਰਾ। ਇਹ ਕੇਸ ਦੇ ਕਾਰਨ ਮੰਨਦੇ ਹੋ ਵੀ ਜਿਹੜੇ ਜੈਨੂਇਨ ਕੇਸ ਨੇ ਜਾਂ ਜੈਨੂਇਨ ਹਸਬੈਂਡ ਵਾਈਫ ਦੇ ਜਿਹੜੇ ਕੇਸ ਲੱਗੇ ਹੋਏ ਨੇ ਉਹਨਾਂ 'ਚ ਵੀ ਪ੍ਰੋਬਲਮ ਆਊਗੀ, ਤੇ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਜਿਹੜੇ ਰੂਲਸ ਨੇ ਉਹ ਸਟ੍ਰਿਕਟ ਕੀਤੇ ਜਾਣਗੇ? ਦੇਖੋ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟਮੈਂਟ ਆਈ ਸੀ, ਅਸੀਂ ਸਟ੍ਰਿਕਟ ਨਹੀਂ ਕਰਨੇ, ਸਾਨੂੰ ਇਮੀਗ੍ਰੈਂਟਸ ਚਾਹੀਦੇ ਨੇ। ਹਰੇਕ ਕੇਸ ਯੂਨੀਕ ਹੁੰਦਾ। ਜਿਹੜੇ ਹੁਣ ਕੋਈ 24-25 ਸਾਲ ਦੀ ਮੈਰਿਜ ਆ ਉਹ ਦੇਖਣਗੇ ਕੇਸ ਟੂ ਕੇਸ, ਹਰੇਕ ਕੇਸ ਯੂਨੀਕ ਹੈ ਵੀ ਕਿਸ ਤਰ੍ਹਾਂ ਦੀ ਕਿੰਨੀ ਏਜ ਹੈ, ਕਿੰਨੀ ਕੁ ਦੇਰ ਰਹੇ, ਚੈਟ ਹੈ, ਫੇਸਬੁੱਕ ਦੀ ਚੈਟ ਹੈ, ਆਪਸ 'ਚ ਫੋਟੋਜ਼ ਹੈਗੀਆਂ, ਘੁੰਮੇ ਫਿਰੇ ਨੇ। ਆਫਿਸਰ ਸਾਰੇ ਚੀਜ਼ਾਂ ਦੇਖ ਕੇ ਕੇਸ ਟੂ ਕੇਸ ਜਿਹੜਾ ਹੈਗਾ ਡਿਪੈਂਡ ਕਰਦਾ, ਕੇਸ ਸਪੈਸੀਫਿਕ ਉਹ ਵੀਜ਼ੇ ਦੇਊਗਾ। ਇਹੋ ਜਿਹੀ ਗੱਲ ਨਹੀਂ। ਜਿਹੜੇ ਜੈਨੂਨ ਜਿਹੜੇ ਕੇਸ ਨੇ, ਜੈਨੂਨ ਮੈਰਿਜ ਆ, ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਉਹਨਾਂ ਦੇ ਵੀਜ਼ੇ ਲੱਗਣਗੇ। ਸਿਰਫ ਕੋਵਿਡ ਕਰਕੇ ਲੇਟ ਹੋ ਰਿਹਾ, ਡਿਸੀਜਨ ਲੇਟ ਆ ਰਹੇ ਨੇ। ਪਰ ਇੱਕ ਗੱਲ ਹੈ ਕਿ ਇਹਦਾ ਇਫੈਕਟ ਬਹੁਤ ਬੁਰਾ ਪਿਆ ਸਾਰੇ ਇਮੀਗ੍ਰੇਸ਼ਨ ਸਿਸਟਮ ਕੋਲ। ਸਾਰਾ ਤੁਸੀਂ ਦੇਖੋ ਇੱਥੇ ਨਿਊਜ਼ਪੇਪਰ ਕੱਢ ਲਓ, ਆਈਲੈਟਸ ਇੰਸਟੀਚਿਊਟ ਮੈਟਰੀਮੋਨੀਅਲ 'ਚ ਲਿਖਿਆ ਹੈ ਕਿ ਕੁੜੀ ਨੇ ਆਈਲੈਟਸ ਕੀਤੀ ਹੈ, 7 ਭੈਣ ਮੁੰਡਾ ਚਾਹੀਦਾ ਸਾਨੂੰ ਪੈਸੇ ਲੈਣੇ ਵਾਲਾ। ਉਹ ਸਾਰਾ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ ਡਾਟਾ ਜਾ ਰਿਹਾ। ਇਹ ਹੁਣ ਤੋਂ ਨਹੀਂ ਚੱਲ ਆ ਰਿਹਾ, 1970 ਤੋਂ ਚੱਲਿਆ ਆ ਰਿਹਾ। ਪਹਿਲਾਂ ਜਿਵੇਂ ਵੈਸੇ ਵਿਜ਼ਟਰ ਵੀ ਦੇ ਗਏ, ਕਜ਼ਨ ਨਾਲ ਮੈਰਿਜ ਕਰ ਲਈ, ਹੋਰ ਮੈਰਿਜ ਕਰ ਲਈ, ਉਸ ਤੋਂ ਬਾਅਦ ਫਿਰ ਕਬੂਤਰਬਾਜੀ ਸ਼ੁਰੂ ਹੋ ਗਈ। ਇਸ ਤਰ੍ਹਾਂ ਦੀ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ। ਫਿਰ ਦੂਸਰੇ ਜਾਣ ਲੱਗੇ, ਪਲੇਅਰ ਜਾਣ ਲੱਗੇ, ਜਿਹੜੇ ਜੈਨੂਅਨ ਪਲੇਅਰ ਸੀ ਉਹਦੇ ਨਾਲ ਦੂਸਰੇ ਪਲੇਅਰ ਜਾਣ ਲੱਗੇ। ਕਬੂਤਰਬਾਜੀ ਸਿੰਗਰ ਜਿਵੇਂ ਕਰਦੇ ਸੀ, ਉਹ ਇੱਥੋਂ ਬੰਦੇ ਲੈ ਗਏ, ਠੀਕ ਹੈ, ਢੋਲਕੀਆਂ, ਹਾਂ ਢੋਲਕੀਆਂ ਛੈਣੇ ਵਜਾਉਣ ਵਾਲੇ ਨਾਲ ਲੈ ਕੇ ਵੀ ਚਲੋ ਤੁਹਾਨੂੰ ਵੀ ਕੱਢ ਦਾਂਗੇ। ਉਹ ਸਾਰਾ ਇਮੀਗ੍ਰੇਸ਼ਨ ਪਤਾ ਲੱਗਿਆ। ਉਹਨਾਂ ਸਪਾਊਸ ਜਿਹੜਾ ਡਿਪੈਂਡੈਂਟ ਉਹਨਾਂ ਇੱਕ ਫੈਸਿਲਿਟੀ ਦਿੱਤੀ, ਚਲੋ ਸਪਾਊਸ ਉਰੇ ਆ ਜਾਣਾ, ਉਹਦਾ ਮਿਸਯੂਜ਼ ਕਰਨਾ ਸ਼ੁਰੂ ਕਰਤਾ ਇਹਨਾਂ ਨੇ। ਗੁਜਰਾਤੀ ਵੀ ਕਰਦੇ ਨੇ, ਮੈਂ ਪੰਜਾਬੀਆਂ ਨੂੰ ਬਲੇਮ ਨਹੀਂ ਕਰਦਾ, ਗੁਜਰਾਤੀ ਮੇਰੇ ਕੋਲ ਬਹੁਤ ਕਲਾਇੰਟ ਨੇ ਇੱਦਾਂ ਦੇ, ਉਹ ਵੀ ਕਰਦੇ ਨੇ।
ਸਰ ਤੁਸੀਂ ਗੱਲ ਕੀਤੀ ਸੀ ਕੋਵਿਡ ਦੀ, ਕੁੜੀ ਨੇ ਇਹ ਚੀਜ਼ ਦਾ ਰੱਖਿਆ ਸੀ ਇਸ਼ੂ ਵੀ ਮੈਂ ਕੋਵਿਡ ਕਰਕੇ ਜਿਹੜੀ ਐਮਬੈਸੀ ਬੰਦ ਪਈ ਸੀਗੀ ਮੈਂ ਲਾਡੀ ਦੀ ਫਾਈਲ ਨਹੀਂ ਲਾ ਸਕੀ ਵੀ ਕੋਵਿਡ ਕਰਕੇ ਬਹੁਤ ਇਸ਼ੂ ਆ ਰਿਹਾ ਸੀਗਾ ਵੀ ਤਾਂ ਲੇਟ ਹੋਇਆ ਆ। ਚਲੋ ਦੇਖੋ ਕੋਵਿਡ ਦੀ ਗੱਲ ਕਰਦੀ ਹੈ, ਕੈਨੇਡਾ 'ਚ ਜਿਹੜਾ ਲੋਕਡਾਊਨ ਲੱਗਿਆ 16 ਮਾਰਚ 2020 ਨੂੰ ਲੱਗਿਆ, ਸਾਰਿਆਂ ਨੂੰ ਪਤਾ। ਇਹਦੀ ਜਿਹੜੀ ਸਟੱਡੀ ਕੰਪਲੀਟ ਹੋਈ ਹੈ 30 ਅਪ੍ਰੈਲ 2020 ਨੂੰ। ਉਸ ਤੋਂ ਬਾਅਦ ਇਹ ਕੋਈ 3 ਮਹੀਨੇ ਸੀ ਵਰਕ ਪਰਮਿਟ ਦੀ ਐਪਲੀਕੇਸ਼ਨ ਲਾਉਂਦੇ। ਜਿਹਦੀ ਸਟੱਡੀ ਫਿਨਿਸ਼ ਹੋਈ ਹੈ 30 ਅਪ੍ਰੈਲ 2020 ਨੂੰ ਲੋਕਡਾਊਨ ਲੱਗ ਚੁੱਕਿਆ ਸੀ ਔਰ ਇਹਦਾ ਵਰਕ ਪਰਮਿਟ ਅਪਰੂਵ ਹੋਇਆ ਤਕਰੀਬਨ ਜਾ ਕੇ ਜੁਲਾਈ ਅਗਸਤ 'ਚ। ਉਹ ਲੋਕਡਾਊਨ 'ਚ ਹੀ ਹੋਇਆ। ਆਪਣਾ ਤੇਰਾ ਵਰਕ ਪਰਮਿਟ ਬੇਅੰਤ ਕੌਰ ਅਪਰੂਵ ਹੋ ਗਿਆ ਲੋਕਡਾਊਨ 'ਚ ਕੋਵਿਡ ਦੇ ਵਿੱਚ, ਤੇ ਤੇਰੇ ਕੋਲੋਂ ਲਵਪ੍ਰੀਤ ਦੇ ਕਾਗਜ਼ ਭੇਜਣ ਨੂੰ ਟਾਈਮ ਨਹੀਂ ਸੀ। ਆਪਣਾ USA ਵੀਜ਼ਾ ਵੀ ਲਵਾ ਲਿਆ ਵਿਆਹ ਤੋਂ ਪਹਿਲਾਂ ਹੀ, ਆਪਣੇ ਪੇਰੈਂਟਸ ਦੇ ਪਾਸਪੋਰਟ ਦਾ ਵੀਜ਼ਾ ਵਿਆਹ ਤੋਂ ਪਹਿਲਾਂ। ਹਾਂਜੀ, ਵਿਆਹ ਤੋਂ ਪਹਿਲਾਂ ਇਹਨੇ April 2019 ਚ ਆਪਣਾ USA ਵੀਜ਼ਾ ਅਪਲਾਈ ਕੀਤਾ, ਪਰ ਲਾਡੀ ਲਈ ਕੋਈ ਕਾਗਜ਼ ਨਹੀਂ ਭੇਜਿਆ। ਉਹਦੇ ਪੇਰੈਂਟਸ ਨੂੰ ਥੋੜਾ ਜਿਹਾ ਬੂਸਟ ਕਰਦੇ, ਇੰਸਪਾਇਰ ਕਰਦੇ, ਦੇਖੋ ਪਾਪਾ ਮੰਮੀ ਤੁਸੀਂ ਮੇਰੇ ਸੱਸ ਸਹੁਰਾ, ਤੁਸੀਂ ਮੇਰੇ ਲਾਡੀ ਮੇਰਾ ਹਸਬੈਂਡ ਹੈ, ਮੈਂ ਤੁਹਾਡੇ ਪਾਸਪੋਰਟ ਪਹਿਲੇ ਆਪਣੇ ਪੇਰੈਂਟਸ ਦੇ ਪਾਸਪੋਰਟ ਬਣਵਾਤੇ। ਤੁਸੀਂ ਦੇਖਿਆ ਉਹਨਾਂ ਨੇ ਬੇਅੰਤ ਕੌਰ ਦੇ ਪੇਰੈਂਟਸ ਦੇ ਪਾਸਪੋਰਟ, ਲੇਕਿਨ ਲਾਡੀ ਦੇ ਪੇਰੈਂਟਸ ਨੂੰ ਕਦੇ ਕਿਹਾ ਵੀ ਤੁਸੀਂ ਪਾਸਪੋਰਟ ਬਣਾਓ, ਤੁਸੀਂ ਮੈਨੂੰ ਪੈਸਾ ਲਾ ਕੇ ਭੇਜਿਆ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਮੈਂ ਤੁਹਾਡੀ ਅਹਿਸਾਨ ਮੰਨਦੀ ਹਾਂ। ਆਪਣਾ ਵੀਜ਼ਾ ਵੀ ਲਵਾ ਲਿਆ, ਤੈਨੂੰ USA ਵੀਜ਼ਾ ਲਵਾਉਣ ਦੀ ਕੀ ਲੋੜ ਪੈ ਗਈ, ਹਲੇ ਤੂੰ ਸਟੱਡੀ ਪਰਮਿਟ 'ਤੇ ਗਈਆਂ ਉੱਥੇ, ਠੀਕ ਹੈ। ਤੇ ਚਲੋ USA ਦੀ ਐਂਟਰੀ ਤਾਂ ਹੁਣ ਬੰਦ ਹੈ, ਕੈਨੇਡੀਅਨ ਨਹੀਂ ਜਾ ਸਕਦੇ, ਜਾਂ ਇਹ ਤਾਂ ਕੈਨੇਡੀਅਨ ਹੈ ਨਹੀਂ, ਫੋਰਨ ਨੈਸ਼ਨਲ ਹੈ। ਪਰ ਅਸੀਂ USA ਡਿਪਾਰਟਮੈਂਟ ਵੀ ਮੈਂ ਈਮੇਲ ਪਾ ਚੁੱਕਿਆ ਵੀ ਇਹਨੂੰ ਜੇ ਉੱਥੇ ਐਂਟਰ ਕਰਨ ਦੀ ਕੋਸ਼ਿਸ਼ ਕਰੇ USA ਤਾਂ ਇਹਦਾ 420 ਦਾ ਪਰਚਾ ਹੈ, ਇਹ ਉਹ ਸਾਰਾ ਮੈਂ ਲਿਖ ਕੇ ਦੇਤਾ ਤਾਂ ਕਿ ਇਹਨੂੰ ਐਂਟਰੀ ਦੇ ਬਾਰਡਰ 'ਤੇ ਹੀ ਫੜ ਲੈਣਾ ਉਹਨਾਂ ਨੇ। ਗੱਲ ਕੀਤੀ ਸੀ ਆਪਾਂ ਨੇ ਫੈਮਿਲੀ ਦੀ, ਬੇਅੰਤ ਨੇ ਲਾਈਵ ਹੋ ਕੇ ਦੱਸਿਆ ਸੀ ਵੀ ਜਿਹੜੇ ਚਾਚਾ ਜੀ ਬੋਲ ਰਹੇ ਨੇ ਵੀ ਸਾਡੇ ਸ਼ਰੀਕਿਆਂ 'ਚੋਂ ਨੇ, ਵੀ ਮੈਂ ਕਦੇ ਦੇਖੇ ਵੀ ਨਹੀਂ ਹੈਗੇ ਵੀ ਉਹ ਬਹੁਤ ਵੱਧ ਚੜ੍ਹ ਕੇ ਅੱਗੇ ਬੋਲ ਰਹੇ ਨੇ ਵੀ ਸਾਡੇ ਰੀਅਲ ਚਾਚਾ ਜੀ ਨਹੀਂ ਹੈਗੇ, ਵੀ ਉਹਦੇ ਫਾਦਰ ਮਦਰ ਕਿਉਂ ਨਹੀਂ ਬੋਲ ਰਹੇ। ਦੇਖੋ ਚਾਚਾ ਤਾਂ ਇੰਨਾ ਵਧੀਆ ਬੰਦਾ, ਮੈਂ ਤੁਹਾਨੂੰ ਦੱਸਾਂ, ਉਹ ਬੋਲ ਰਿਹਾ। ਕਈ ਬੰਦੇ ਸ਼ਾਈ, ਮੀਡੀਆ ਸ਼ਾਈ ਹੁੰਦੇ ਨੇ, ਉਹਦੇ ਜਿਹੜੇ ਪੇਰੈਂਟਸ ਨੇ ਲਾਡੇ ਦੇ ਸ਼ਰਮ ਕਰਦੇ ਨੇ ਥੋੜਾ ਬੋਲਣ 'ਚ, ਕਈ ਵਾਰ ਬੰਦੇ ਹੈਸੀਟੇਸ਼ਨ ਹੁੰਦੇ ਨੇ। ਦੇਖਿਆ ਸਰ ਉਹਦੇ ਮੰਮਾ ਤਾਂ ਬੋਲਣ ਦੀ ਹਾਲਤ 'ਚ ਹੁੰਦੇ ਹੀ ਨਹੀਂਗੇ। ਦੇਖੋ ਉਹਨਾਂ ਦਾ ਬੱਚਾ ਗਿਆ, ਉਹ ਇੱਕ ਸੁੰਨ ਹੋਏ ਪਏ ਨੇ, ਗੁੰਮ ਹੋਏ ਪਏ ਨੇ ਕਿ ਸਾਡਾ ਇੱਕ ਜਵਾਨ ਮੁੰਡਾ ਚਲਾ ਗਿਆ। ਇੱਕ ਬਾਪ ਨੇ ਆਪਣੇ ਜਵਾਨ ਮੁੰਡੇ ਦੀ ਅਰਥੀ ਢੋਈ ਹੈ, ਚੱਕੀ ਹੈ। ਭੈਣਾਂ ਦਾ ਇੱਕ ਭਾਈ ਚਲਾ ਗਿਆ, ਉਹਨਾਂ ਉਹ ਇੱਕ ਤਾਂ ਪਹਿਲਾਂ ਹੀ ਸ਼ਰੀਫ, ਇੱਕ ਫਿਰ ਆ ਇੱਕ ਸਟ੍ਰੈਸ ਹੋ ਗਿਆ ਦਿਮਾਗ 'ਤੇ, ਉਸ ਬੋਲ ਨਹੀਂ ਪਾ ਰਹੇ ਉਹ। ਅੱਛਾ ਇੱਕ ਗੱਲ ਹੋਰ ਦਾ, ਜੋ ਚਾਚਾ ਜੀ ਬੋਲਦੇ ਮਾਂ ਪਿਓ ਦੇ ਨਾਲ ਹੀ ਬੈਠੇ ਹੁੰਦੇ ਨੇ, ਜੇ ਉਹਨਾਂ ਨੂੰ ਚਾਚੇ ਦੀ ਗੱਲ ਬੁਰੀ ਲੱਗੇ ਤਾਂ ਉਹ ਕਹਿ ਸਕਦੇ ਨੇ ਵੀ ਇਹ ਨਹੀਂ ਗਲਤ ਬੋਲ ਰਹੇ ਆ, ਨਾਲ ਬੈਠੇ ਹੁੰਦੇ ਨੇ। ਉਹ ਇੰਨੀ ਮਿਹਨਤ ਕਰ ਰਿਹਾ ਚਾਚਾ ਜੀ ਹਿੰਦੀ ਜੀ ਆਪਣਾ, ਮੈਂ ਤਾਂ ਇੰਨੇ ਵਧੀਆ ਚਾਚਾ ਜੀ ਦੇਖੇ ਨਹੀਂ, ਬਹੁਤ ਵਧੀਆ ਕੰਮ ਕਰ ਰਹੇ ਨੇ। ਐ ਨਹੀਂ ਹੈ ਕਿ ਕੋਈ ਗਲਤ ਕੰਮ ਕਰ ਰਹੇ। ਉਹ ਕਈ ਬੰਦੇ ਸਪੋਕਸਮੈਨ ਨਹੀਂ ਹੁੰਦੇ ਵਧੀਆ, ਮੀਡੀਆ ਸ਼ਾਈ ਹੁੰਦੇ ਨੇ। ਘਰ 'ਚੋਂ ਇੱਕ ਬੰਦਾ ਕੋਈ ਮੈਂਬਰ ਬੋਲਣ ਵਾਲਾ ਹੁੰਦਾ, ਠੀਕ ਆ, ਉਹ ਕਹਿੰਦੇ ਜੀ ਬੋਲੋ ਜੋ ਬੋਲ, ਨਾਲ ਬੈਠੇ ਹੁੰਦੇ ਨੇ ਉਹ। ਅੱਛਾ ਸਰ, ਬੇਅੰਤ ਦੀ ਕੋਈ ਐਸੀ ਗਲਤੀ ਵੀ ਜਿਹੜਾ ਕੈਨੇਡੀਅਨ ਕਾਨੂੰਨ ਹੈ ਜਿਹੜਾ ਉਹਦੇ ਤਹਿਤ ਉਹਨੇ ਕੋਈ ਇੱਦਾਂ ਦੀ ਗਲਤੀ ਕੀਤੀ ਹੋਵੇ ਵੀ ਜਿਹੜਾ ਹਾਂ ਉੱਧਰੋਂ ਉਹਨੂੰ ਸਜ਼ਾ ਮਿਲ ਸਕਦੀ ਹੈ, ਵੀ ਕੋਈ ਉਹਦੇ 'ਤੇ ਕਿਹੜੀ ਧਾਰਾ ਲੱਗ ਸਕਦੀ ਹੈ? ਦੇਖੋ ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40 ਹੈ। ਆਪਾਂ ਇੰਡੀਆ ਦਾ ਕਾਨੂੰਨ ਛੱਡ ਦਿਓ, ਜਿਵੇਂ 420 ਲੱਗੀ ਹੈ ਜਾਂ 306 ਲੱਗੂਗੀ, ਆਪਾਂ ਇਹਨੂੰ ਛੱਡ ਦਿਓ, ਇੱਕ ਸਾਈਡ 'ਤੇ ਰੱਖ ਦਿਓ। ਉਹਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਝੂਠ ਬੋਲਿਆ ਸੱਚ, ਉਹ ਵੀ ਮੈਂ ਚਲੋ ਕਲੀਅਰ ਕਰ ਦੂੰਗਾ ਅੱਗੇ, ਠੀਕ ਹੈ। ਆਪਾਂ ਆ ਜਾਓ ਵੀ ਉਹਨੇ ਕੈਨੇਡੀਅਨ ਇਮੀਗ੍ਰੇਸ਼ਨ ਲਾਅ ਦੇ ਦੋ ਚੀਜ਼ਾਂ ਦੱਸੀਆਂ ਮੈਂ, ਇੱਕ ਮੈਰਿਜ ਆਫ ਕਨਵੀਨੀਅੰਸ ਕੰਟਰੈਕਟ ਕੀਤਾ ਇੱਕ ਤਰ੍ਹਾਂ ਦਾ, ਦਿਸ ਇਜ਼ ਵੈਰੀ ਸੀਰੀਅਸ ਕ੍ਰਾਈਮ। ਮੈਂ ਕਹਿੰਦਾ ਸਿਟੀਜ਼ਨਸ਼ਿਪ ਜਿਹਨੇ ਲੈ ਲਈ ਨਾ ਉੱਥੇ ਕੈਨੇਡਾ 'ਚ, ਉਹਨੂੰ ਵੀ ਡਿਪੋਰਟ ਕੀਤਾ ਜਾ ਸਕਦਾ। ਬੰਦਾ ਹਵਾ 'ਚ ਨਾ ਆਵੇ ਅਸੀਂ PR ਆ, ਅਸੀਂ ਸਿਟੀਜ਼ਨ ਆ, ਸਾਨੂੰ ਕੱਢਿਆ ਜਾਂਦਾ। ਹਾਂ, ਕਈ ਬੰਦੇ ਜਿਹੜੇ ਰਿਫਿਊਜੀ ਕਲੇਮ ਫਾਈਲ ਕਰਦੇ ਨੇ, ਜੇ ਉਹਨਾਂ ਨੇ ਵੀ ਮਿਸਰੈਪ ਕੀਤੀ ਹੈ, ਧਾਰਾ 109 ਪੜ੍ਹ ਲਿਓ, ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ 108 ਤੇ 109, ਠੀਕ ਹੈ। ਜਿਹੜਾ ਮਿਨਿਸਟਰ ਵੈਕੇਟ ਕਰ ਸਕਦਾ ਉਹਦਾ ਕਲੇਮ ਨੂੰ, ਉਹਨੂੰ ਨੁੱਲ ਐਂਡ ਵੋਇਡ ਕਰ ਸਕਦਾ ਵੀ ਉਹਦਾ ਰਿਫਿਊਜੀ ਕਲੇਮ ਜਿਹੜਾ ਅਪਰੂਵ ਹੋ ਚੁੱਕਿਆ, ਉਹਨੇ ਮਿਸਰੈਪ ਕੀਤੀ ਹੈ ਪਹਿਲਾਂ, ਉਹ ਵੀ ਜ਼ੀਰੋ ਹੋ ਸਕਦਾ, ਉਹਨੂੰ ਕਲੇਮ ਰਿਜੈਕਟ ਕਰਕੇ ਉਹਨੂੰ ਡਿਪੋਰਟ ਕੀਤਾ ਜਾ ਸਕਦਾ। ਸੀਰੀਅਸ ਕ੍ਰਾਈਮ ਹੈ, ਬਹੁਤ ਜ਼ਿਆਦਾ ਹੈ, ਕਿਉਂਕਿ ਜਿਹੜੀ ਕੈਨੇਡਾ ਹੈ ਨਾ ਕੰਟਰੀ ਆਫ ਇਮੀਗ੍ਰੈਂਟਸ ਹੈ, ਇੱਥੇ ਵਿਜ਼ਟਰ ਵੀਜ਼ਾ, ਵਰਕ ਪਰਮਿਟ, ਸਟੱਡੀ ਪਰਮਿਟ ਵਗੈਰਾ ਸਾਰੇ ਆਉਂਦੇ ਨੇ, ਤੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਫਰਾਡੂਲੈਂਟ ਡਾਕੂਮੈਂਟ ਇਹ ਬਹੁਤ ਬੜਾ ਸੀਰੀਅਸ ਕ੍ਰਾਈਮ ਹੈ, ਤਾਂ ਹਰੇਕ ਬੰਦਾ ਉੱਥੇ ਫਰਾਡੂਲੈਂਟ ਡਾਕੂਮੈਂਟ ਲਾ ਕੇ ਪਹੁੰਚੂ। ਚਲੇ ਵੀ ਗਏ ਜਾਂਦੇ ਨੇ, ਜਦ ਨਿਕਲ ਗਏ, ਜਦ ਸ਼ਿਕਾਇਤ ਹੋ ਗਈ ਕਿ ਪਬਲਿਕ ਡੋਮੇਨ 'ਚ ਗੱਲ ਆ ਗਈ, ਤਾਂ ਫਿਰ ਉਹ ਬਹੁਤ ਸੀਰੀਅਸ ਗੱਲ ਮੰਨੀ ਜਾਂਦੀ ਹੈ। ਮਿਸਰੈਪ ਹੈ ਜਿਹੜੀ ਬਹੁਤ ਜ਼ਿਆਦਾ ਸੀਰੀਅਸ ਕ੍ਰਾਈਮ ਹੈ ਕੈਨੇਡਾ ਦੇ ਵਿੱਚ। ਹਾਲੇ ਜਿਹੜਾ ਦੂਸਰਾ ਹੈਗਾ ਬੰਦਾ, ਜਿਵੇਂ ਕੋਈ ਆਪਾਂ ਨੇ ਫਰਾਡ ਕਰਤਾ ਜਾਂ ਕੋਈ ਕਿਸੇ ਨੂੰ ਸੱਟ ਫੇਟ ਮਾਰਤੀ, 2-4-5 ਸਾਲ ਬਾਅਦ ਨਿਕਲਿਆ ਆਂਦਾ ਅਗਲਾ ਨਾ, ਚਲੋ ਠੀਕ ਆ ਆਪਾਂ ਉਰੇ ਬੈਠੇ ਹਾਂ। ਪਰ ਇਹ ਜਿਹੜਾ ਹੈਗਾ ਫਿਰ ਬੰਦੇ ਨੂੰ ਕੱਢਦੇ ਨੇ। ਇੱਕ ਬੰਦਾ ਜਿਹੜਾ ਯੂਜ਼ ਟੂ ਹੋ ਜਾਂਦਾ ਉੱਥੇ ਰਹਿਣ ਦਾ, ਕੈਨੇਡਾ 'ਚ 4-5 ਸਾਲ ਹੋ ਗਏ ਕਿਸੇ ਨੂੰ ਰਹਿੰਦੇ ਨੇ, ਉਹਨੂੰ ਇੱਕ ਕੱਢਣਾ, ਜਿਵੇਂ ਦੇਸ਼ ਨਿਕਾਲਾ ਹੋ ਗਿਆ, ਕੱਢਣਾ ਪੈ ਜਾਵੇ, ਨਿਕਲਣਾ ਪੈ ਜਾਵੇ, ਤੇ ਵਾਪਸ ਇੰਡੀਆ ਜਾਣਾ ਪੈ ਜਾਵੇ, ਉਹ ਮੈਂ ਤਾਂ ਮਰ ਗਿਆ, ਮਰਨ ਹੋ ਜਾਂਦਾ ਉਹਦਾ, ਠੀਕ ਹੈ। ਤੇ ਇਹ ਬਹੁਤ ਸੀਰੀਅਸ ਕ੍ਰਾਈਮ ਹੈ। ਉਹਨਾਂ ਨੇ ਇਸੇ ਕਰਕੇ ਲਿਖਿਆ ਵੀ ਰਿਮੂਵਲ ਆਰਡਰ ਦਿਓ ਇਹਨਾਂ ਨੂੰ, ਜਿਹੜੇ ਬੰਦੇ ਇਹ ਜਿਹਾ ਕੰਮ ਕਰਦੇ ਨੇ, ਕਿਉਂਕਿ ਜਿਹੜੇ ਸੈਕਸ਼ਨ ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਹੈ 34, 35, 36, 37, ਉਹਦੇ 'ਚ ਡੈਪੋਟੇਸ਼ਨ ਹੁੰਦੀ ਹੈ, ਡਿਪੋਰਟ ਕਰਦੇ ਨੇ। ਤੇ ਜਿਹੜਾ ਮਿਸਰੈਪ ਦਾ ਕੇਸ ਹੈ ਉਹਦੇ 'ਚ ਬੰਦੇ ਨੂੰ ਜਿਹੜਾ ਐਕਸਕਲੂਜਨ ਆਰਡਰ ਮਿਲਦਾ, 5 ਸਾਲ ਦਾ ਬੈਨ ਲੱਗਦਾ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਇੱਥੇ, ਜਿਹੜਾ ਬੰਦਾ ਮਿਸਰੈਪ ਕਰਦਾ
ਇਨਐਡਮਿਸੀਬਲ ਹੈ ਤਾਂ ਉਹਦਾ ਫੈਮਿਲੀ ਮੈਂਬਰ ਵੀ ਇਨਐਡਮਿਸੀਬਲ ਹੈ 5 ਸਾਲ ਲਈ, ਬੈਨ ਆ ਉਹਦੇ ਤੇ। ਇਟ ਮੀਨਸ ਜਿਹੜਾ ਉਹਨਾਂ ਦਾ ਪਾਰਟਨਰ ਹੈ ਕਿ ਸਾਰੀ ਫੈਮਿਲੀ? ਨਹੀਂ, ਜਿਹੜੇ ਉਹਦੇ ਡਿਪੈਂਡੈਂਟ ਨੇ ਬੱਚੇ ਜਾਂ ਫਿਰ ਉਹਦਾ ਹਸਬੈਂਡ ਜਾਂ ਵਾਈਫ, ਉਹ ਵੀ ਜਿਹੜੇ ਨੇ ਉਹ ਵੀ ਇਨਐਡਮਿਸੀਬਲ ਨੇ 5 ਸਾਲ ਗੱਲ ਕਰੀਏ ਬੇਅੰਤ ਦੀ, ਤਾਂ ਬੇਅੰਤ ਦੇ ਨਾਲ ਮਤਲਬ ਜੇ ਉਹਦਾ ਮੁੰਡੇ ਦਾ ਰਿਲੇਸ਼ਨ ਆਇਆ ਸੀਗਾ ਰਵਦੀਪ ਸਿੰਘ ਜੌਹਲ ਦਾ, ਕਿ ਰਵਦੀਪ ਸਿੰਘ ਜੌਹਲ ਜੇ ਅੱਗੇ ਫਿਊਚਰ ਦੇ ਵਿੱਚ ਮੈਰਿਜ ਕਰਵਾਉਣ ਦਾ ਸੋਚਦਾ, ਜਿੱਦਾਂ ਹੁਣ ਉਹਦੇ ਤੇ ਡਿਪੈਂਡ ਹੈ ਇੱਕ ਦੂਜੇ ਤੇ, ਉਹ ਰਹਿ ਰਹੇ ਨੇ ਲਿਵ ਇਨ ਦੇ ਵਿੱਚ, ਇਹਦਾ ਮਤਲਬ ਰਵਦੀਪ ਤੇ ਵੀ 5 ਸਾਲ ਦਾ ਬੈਨ ਲੱਗ ਸਕਦਾ ਹੈ? ਬਿਲਕੁਲ ਜੀ ਬਿਲਕੁਲ, ਜਿਹੜਾ ਵੀ ਉਹਨਾਂ ਵਿਆਹ ਕਰਾਊਗਾ ਜਦ ਤੱਕ ਕੇਸ ਕਲੀਅਰ ਨਹੀਂ ਹੁੰਦਾ ਪੂਰਾ ਰਿਸਕ ਤੇ ਆ ਜੀ, ਉਹਦੇ ਵੀ 5 ਸਾਲ ਦਾ ਬੈਨ ਲੱਗੂਗਾ। ਮੇਰਾ ਸਵਾਲ ਹੈ ਰਵਦੀਪ ਸਿੰਘ, ਕੀ ਨਾਮ ਰਵਦੀਪ ਸਿੰਘ, ਉਹਦਾ ਮੈਨੂੰ ਸਵਾਲ, ਮੈਂ ਸਵਾਲ ਕਰਦਾ ਉਹਨੂੰ ਕਿ ਉਹਨੂੰ ਅਪਣਾਊਗਾ, ਵਿਆਹ ਕਰਾਊਗਾ ਉਹਦੇ ਨਾਲ ਵੀ? ਹਾਂਜੀ ਮੈਂ ਵਿਆਹ ਕਰਾਣਾ ਤੇ ਨਾ, ਤੂੰ ਟਰਬਲ ਚ ਆ ਕੇ ਚੱਲ ਮੇਰੇ ਕਰਕੇ, ਜਾਂ ਆਪਾਂ ਇਹ ਜੋ ਕੁਝ ਵੀ ਕੀਤਾ ਚੱਲ ਮੈਂ ਤੈਨੂੰ ਅਪਣਾਉਣਾ, ਹੁਣ ਦਿਖਾਵੇ ਆਪਣਾ ਪਿਆਰ ਮੁਹੱਬਤ ਉਹਦੇ ਤੇ, ਉਹ ਨਾਲ ਇਨਐਡਮਿਸੀਬਲ ਹੋਊਗਾ 5 ਸਾਲ ਦਾ ਬੈਨ। ਤੁਸੀਂ ਕੀ ਮੰਨਦੇ ਹੋ ਵੀ ਇਹਦੇ ਵਿੱਚ ਕਿਹਦੀ ਗਲਤੀ ਹੈ? ਕੁੜੀ ਗਲਤ ਹੈ, ਮੁੰਡਾ ਗਲਤ ਹੈ, ਕੌਣ ਗਲਤ ਹੈ? ਦੇਖੋ ਹੁਣ ਦੇਖਿਆ ਜੇ ਆਪਾਂ ਜਿਹੜਾ ਉੱਥੇ ਕੈਨੇਡਾ ਜਿਹੜਾ ਨਾ ਜਿਹੜਾ ਅਸੀਂ ਬੈਲੈਂਸ ਆਫ ਪ੍ਰੋਬੇਬਿਲਿਟੀ ਦੇਖਦੇ ਹਾਂ, ਗ੍ਰੈਵਿਟੀ ਆਫ ਕ੍ਰਾਈਮ, ਜਿਵੇਂ ਹੁਣ ਕੁੜੀ ਤੇ ਪੈਸਾ ਲਾਇਆ ਸੀ 22 ਲੱਖ ਰੁਪਇਆ, 22 ਲੱਖ ਲੱਗਿਆ, ਮੁੰਡਿਆਂ ਨੇ ਲਾਇਆ। ਸਭ ਤੋਂ ਪਹਿਲਾਂ ਗਲਤੀ ਤਾਂ ਉਹਦੇ ਮਾਂ ਪਿਓ ਦੀ ਹੈ, ਕੁੜੀ ਦੇ ਮਾਂ ਨੂੰ ਸਮਝਾਉਣਾ ਚਾਹੀਦਾ ਸੀ ਵੀ ਦੇਖ ਕੁੜੀਏ ਆਪਣੇ ਕੋਲ ਕੁਝ ਨਹੀਂ ਸੀਗਾ, ਠੀਕ ਹੈ। ਉਹਦਾ ਡੈਡੀ ਦਾ ਕਾਫੀ ਸਾਊ ਲੱਗ ਰਿਹਾ, ਪਰ ਮੈਂ ਤੁਹਾਨੂੰ ਮਾਂ ਦੀ ਗੱਲ ਕਰਦਾ, ਉਹਨਾਂ ਦੀ ਜਿਹੜੀ ਆਪਾਂ ਦੇਖੀ ਹੈ ਬੋਡੀ ਲੈਂਗੁਏਜ ਗੱਲ ਕਰਨ ਦੀ ਇੰਟਰਵਿਊ ਦੇ ਵਿੱਚ ਕਾਫੀ ਤੇਜ਼ ਤਰਾਰ ਲੱਗਦੇ ਨੇ। ਉਹਨੂੰ ਸਮਝਾਉਣਾ ਚਾਹੀਦਾ ਸੀ ਵੀ ਦੇਖ ਕੁੜੀਏ ਆਪਾਂ ਆਪਣੇ ਕੋਲ ਕੁਝ ਨਹੀਂ ਸੀਗਾ, ਆਪਾਂ ਨੂੰ ਕੈਨੇਡਾ 'ਚ ਪਹੁੰਚਾਉਣ ਵਾਲੇ ਇਹੀ ਨੇ, ਪੈਸਾ ਵੀ ਇਹਨਾਂ ਨੇ ਲਾਇਆ, ਵੀ ਤੂੰ ਇਹਨਾਂ ਬਣਾ ਕੇ ਰੱਖ, ਜੇ ਤੂੰ ਪੁੱਠਾ ਸਿੱਧਾ ਕੋਈ ਇਹੋ ਜਿਹਾ ਕੰਮ ਕਰ ਵੀ ਰਿਹਾ ਪਤਾ ਵੀ ਹੋਣਾ ਉਹਨਾਂ ਨੂੰ। ਕਿਸੇ ਰਹਿਣਾ ਕਰ ਸਕਦੀ ਸੀ ਉਹ ਵੀ, ਇੱਕ ਵਾਰ ਲਵਪ੍ਰੀਤ ਨੂੰ ਕੈਨੇਡਾ ਕੱਢ ਦਿੰਦੀ, ਉੱਥੇ ਜਾ ਕੇ ਛੱਡ ਦਿੰਦੀ। ਹਾਂ ਵੀ ਉਹਨੂੰ ਕੈਨੇਡਾ ਲੈ ਜਾ, ਕੈਨੇਡਾ ਲੈ ਜਾ ਕੇ ਇੱਕ ਵਾਰੀ ਠੀਕ ਹੈ ਮੂਵ ਔਨ ਹੋ ਜਾਂਦੇ ਨੇ ਬੰਦੇ, ਸਪਲਿਟ ਹੋ ਜਾਂਦਾ, ਸੈਪਰੇਸ਼ਨ ਹੋ ਜਾਂਦੀ ਹੈ, ਸਭ ਕੁਝ ਹੋ ਜਾਂਦਾ, ਉਹ ਕੋਈ ਚੱਕਰ ਨਹੀਂ। ਉਹ ਮੁੰਡਾ ਕਹਿੰਦਾ ਸੀ ਆਪਣੇ ਮੈਸੇਜਾਂ 'ਚ, ਤੁਸੀਂ ਚੈਟ ਪੜ੍ਹੀ ਹੋਣੀ ਆ ਵੀ ਚਲੋ ਇੱਕ ਵਾਰ ਕੇਰਾ ਮੈਨੂੰ ਲੈ ਜਾ, ਵੀ ਬਾਅਦ ਦੇ ਵਿੱਚ ਚੱਲ ਕੋਈ ਗੱਲ ਨਹੀਂ। ਜੇ ਉਹਨੂੰ ਮੁੰਡਿਆਂ ਦੀ ਕਮੀ ਨਹੀਂ, ਉਹਨੂੰ ਕਿਹੜਾ ਕੁੜੀਆਂ ਦੀ ਕਮੀ ਸੀ? ਮੁੰਡਾ ਵੀ ਸੋਹਣਾ ਸੀ, ਚੰਗਾ ਸੀ, ਤੇ ਉਹਨੂੰ ਕਿਹੜਾ ਕਮੀ ਸੀ? ਅਗਲਾ ਕਹਿੰਦਾ ਮੈਨੂੰ ਇੱਕ ਵਾਰੀ ਲੈ ਜਾ। ਉਹ ਸਟ੍ਰੈਸ ਟੈਨਸ਼ਨ ਦੇ ਵਿੱਚ ਇੰਨਾ ਆ ਗਿਆ ਕਿ ਉਹਨੂੰ ਸੁਝਿਆ ਹੀ ਨਹੀਂ ਕੁਛ, ਉਹਨੂੰ ਕੁਛ ਨਹੀਂ ਸੁਝਿਆ, ਚਾਹੇ ਸੁਸਾਈਡ ਕੀਤਾ, ਕਿਹੜੇ ਵੀ ਜਿਹੜੇ ਮਰਜ਼ੀ ਰੀਜ਼ਨ ਹੋਣ, ਠੀਕ ਹੈ। ਹੁਣ ਉਹ ਸੁਸਾਈਡ ਦੇ ਚਾਹੇ ਦਵਾਈ ਖਾਧੀ ਹੈ, ਕੁਛ ਖਾਧਾ, ਦਵਾਈ ਚੜੀ, ਸੁਸਾਈਡ ਤਾਂ ਬੰਦਾ ਕਿਸੇ ਵੀ ਚੀਜ਼ ਨਾਲ ਕਰ ਸਕਦਾ। ਇਹ ਵੀ ਹੋਇਆ ਸੀ ਵੀ ਜਦ ਪੁਲਿਸ ਲੈ ਕੇ ਗਈ ਸੀ ਬੋਡੀ ਨੂੰ, ਤਾਂ ਡੀਡੀਆਰ ਰਿਪੋਰਟ ਦੇ ਵਿੱਚ ਜਿਹੜੇ ਲਵਪ੍ਰੀਤ ਦੇ ਡੈਡ ਸੀ ਉਹਨਾਂ ਨੇ ਲਿਖਵਾਇਆ ਸੀ ਵੀ ਜਿਹੜੀ ਸਪਰੇਅ ਆ ਉਹਨੂੰ ਚੜੀਏ, ਵੀ ਤਾਂ ਕਰਕੇ ਜਿਹੜੀ ਡੈਥ ਦਾ ਕਾਰਨ ਬਣਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਚੈਟਸ ਵੀ ਦੇਖੀਆਂ ਨੇ, ਤਾਂ ਫਿਰ ਉਹਨਾਂ ਨੇ ਜਿਹੜਾ ਉਹਨਾਂ ਨੇ ਪੁਰਾਣਾ ਫੋਨ ਉਹਨਾਂ ਦਾ ਜਿਹੜਾ ਫਰੋਲਿਆ, ਤਾਂ ਕੁਝ ਗੱਲਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ। ਦੇਖੋ ਇੱਕ ਜਿਹੜਾ ਹੁਣ ਉਹ ਜਿਹਦੇ ਵਿੱਚ ਲਵਪ੍ਰੀਤ ਦੇ ਡੈਡੀ ਉੱਥੇ ਗਏ ਮੋਟਰ ਤੇ, ਜਿਵੇਂ DDR ਦੀ ਗੱਲ ਤੁਸੀਂ ਕਰ ਰਹੇ ਹੋ, ਉਹ ਕਿਹੜਾ ਵਕੀਲ ਨੇ ਜਾਂ ਕਿਹੜਾ ਡਾਕਟਰ ਨੇ? ਵੀ ਪ੍ਰੀ ਪਲਾਨਡ ਸੀ ਅਸੀਂ, ਸਾਨੂੰ ਉਹਨਾਂ ਨੂੰ ਜਦ ਪਤਾ ਹੀ ਨਹੀਂ ਕੁਛ। ਹੁਣ ਉਹ ਡਾਕਟਰ ਕੋਲ ਹਸਪੀਟਲ ਲੈ ਕੇ ਗਏ, ਉਹ ਕਹਿੰਦੇ ਸਾਨੂੰ ਨਹੀਂ ਪਤਾ, ਤੇ ਅਸੀਂ ਦਵਾਈ ਵੀ ਪਾਈ ਸੀ ਕਿਉਂਕਿ ਤੁਹਾਨੂੰ ਪਤਾ ਝੋਨੇ ਦਾ ਸੀਜ਼ਨ ਚੱਲ ਰਿਹਾ, ਤੇ ਅਸੀਂ ਦਵਾਈ ਪਾਈ ਜਾਂ ਕੁਛ ਸਾਨੂੰ ਨਹੀਂ ਪਤਾ। ਉਹਨਾਂ ਨੇ ਸਿੰਪਲ ਇੱਕ ਭੋਲੇਪਨ 'ਚ ਲਿਖਾਤਾ ਵੀ ਆ ਮੈਨੂੰ ਨਹੀਂ ਲੱਗਦਾ। ਜਦੋਂ ਬਾਅਦ 'ਚ ਚੈਟਾਂ ਨਿਕਲੀਆਂ, ਫੋਨ ਦੇ ਵਿੱਚ ਸਾਰਾ ਕੁਝ ਨਿਕਲਿਆ, ਫੇਰ ਜ਼ਿਆਦਾ ਪਤਾ ਲੱਗਿਆ ਨਾ ਵੀ ਇਹ ਤਾਂ ਉਹ ਅਸਾਂ ਚਲੋ ਐਵੇਂ ਲੈ ਕੇ ਭੋਲੇਪਨ 'ਚ ਲਿਖਾਇਆ ਉੱਥੇ ਚੀਜ਼। ਇਹ ਤਾਂ ਹੁਣ ਅੱਗੇ ਜਿਵੇਂ ਜਿਵੇਂ ਡਿਵੈਲਪਮੈਂਟਸ ਹੋਣਗੀਆਂ ਅੱਗੇ ਠੀਕ ਹੈ ਪਤਾ ਲੱਗੂਗਾ, ਤੇ ਧਾਰਾ 306 ਵੀ ਲੱਗੂਗੀ, ਰਿਪੋਰਟ ਆਊਗੀ ਫੋਰੈਂਸਿਕ ਦੀ। ਇਹ ਕੋਈ ਖਾਸ ਗੱਲ ਨਹੀਂ ਵੀ ਆਪਾਂ ਗਏ ਉੱਥੇ ਲਿਖਾਤਾ ਦਵਾਈ ਚੜ੍ਹ ਗਈ, ਇਹ ਕੋਈ ਐਕਸਕਿਊਜ਼ ਨਹੀਂ ਹੈਗਾ ਉਹਨਾਂ ਨੂੰ। ਡਿਪੋਰਟ ਦੇ ਚਾਂਸਸ ਜਿਹੜੇ ਬੇਅੰਤ ਨੇ ਕਿੰਨੇ % ਨੇ ਵੀ ਉਹ ਡਿਪੋਰਟ ਹੋ ਸਕਦੀ ਹੈ? ਕੀ ਉਹ ਰਿਫਿਊਜੀ ਫਾਈਲ ਹੈ ਜਿਹੜੀ ਉਹ ਉੱਥੇ ਫਾਈਲ ਕਰ ਸਕਦੀ ਹੈ ਵੀ ਮੈਨੂੰ ਜਿਹੜੀਆਂ ਥ੍ਰੈਟ ਈਮੇਲਸ ਆ ਰਹੀਆਂ ਨੇ, ਜਾਂ ਉਹਨੇ ਕੈਨੇਡਾ ਦੇ ਵਿੱਚ ਕਿਹਾ ਵੀ ਮੈਨੂੰ ਕੈਨੇਡਾ ਤੋਂ ਹੀ ਨੇ ਜਿਹੜੀਆਂ ਈਮੇਲਸ ਥ੍ਰੈਟ, ਮੈਨੂੰ ਲਾਈਫ ਥ੍ਰੈਟਨਿੰਗ ਮੇਲਸ ਆ ਰਹੀਆਂ ਨੇ, ਇੱਥੇ ਮੈਨੂੰ ਲੋਕ ਗਾਲਾਂ ਕੱਢ ਰਹੇ ਨੇ, ਉਹ ਆਪਣਾ ਰਿਫਿਊਜੀ ਕੇਸ ਵੀ ਲਾ ਸਕਦੀ ਹੈ। ਮੰਨਦੇ ਹੋ ਵੀ ਇਸ ਚੀਜ਼ ਨੂੰ ਉੱਧਰ ਲਈ ਗਵਰਨਮੈਂਟ ਐਕਸੈਪਟ ਕਰੂਗੀ? ਦੇਖੋ ਰਿਫਿਊਜੀ ਕਲੇਮ ਲਾਣਾ ਔਰ ਐਕਸੈਪਟ ਕਰਨਾ ਦੋ ਅਲੱਗ-ਅਲੱਗ ਚੀਜ਼ਾਂ ਨੇ, ਠੀਕ ਹੈ। ਜਿਹੜਾ ਉਹ ਕਹਿ ਰਹੀ ਲਾਈਫ ਥ੍ਰੈਟਨਿੰਗ ਜਾਂ ਮੈਨੂੰ ਫੀਅਰ ਹੈ ਟੌਰਚਰ ਦਾ, ਮੈਨੂੰ ਐ ਮੇਲਸ ਆ ਰਹੀਆਂ ਨੇ, ਇਹ ਉਹ ਪਤਾ ਕੀ ਕਰ ਰਹੀ ਹੈ, ਇੱਕ ਜਿਹੜੀ ਆਪਾਂ ਪਿਚਕਾਰੀ ਗਨ ਨਹੀਂ ਹੁੰਦੀ ਸੀਗੀ, ਆਪਾਂ ਹੋਲੀ ਤੇ ਖੇਲਦੇ ਹੁੰਦੇ ਸੀ, ਵਾਟਰ ਗਨ ਨਾਲ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਫਿਊਜੀ ਜਿਹੜਾ ਬੋਰਡ ਹੈ ਨਾ, ਬੜੇ ਇੰਟੈਲੀਜੈਂਟ ਔਰ ਬੜੇ ਸੁਲਝੇ ਮੈਂਬਰ ਹੁੰਦੇ ਨੇ ਜਿਹੜੇ ਰਿਫਿਊਜੀ ਡਿਵੀਜ਼ਨ ਦੇ ਹੁੰਦੇ ਨੇ, ਉਹ ਹਰੇਕ ਕੇਸ ਦੇਖਦੇ ਨੇ ਚੰਗੀ ਤਰ੍ਹਾਂ, ਪੂਰੇ ਡਾਕੂਮੈਂਟਸ ਦੇਖਦੇ ਨੇ। ਇੱਕ ਉਹ ਵੈਲ ਫਾਊਂਡਡ ਫੀਅਰ, ਉਹਦੇ 'ਚ ਅੰਦਰ ਫੀਅਰ ਵੈਲ ਫਾਊਂਡਡ ਹੋਣਾ ਚਾਹੀਦਾ। ਇਹਨੇ ਜਿਹੜੀ 90 ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 97 ਆ, ਉਹਦੇ 'ਚ ਨਾ ਤੁਸੀਂ ਕੰਡੀਸ਼ਨਸ ਟੂ ਬੀ ਮੈਟ, ਜਿਹੜੀ ਕੰਡੀਸ਼ਨਸ ਨੇ ਉਹਨਾਂ ਰੱਖੀਆਂ ਵੀ ਜਿਹੜੀ ਤੁਸੀਂ ਤੁਹਾਡੀ ਲਾਈਫ ਨੂੰ ਥ੍ਰੈਟ ਹੈ, ਮੰਨ ਲਓ ਤੁਹਾਨੂੰ ਧਮਕੀਆਂ ਆ ਰਹੀਆਂ, ਤਾਂ ਤੁਸੀਂ ਉਹ ਕੰਡੀਸ਼ਨਸ ਨੇ ਕੁਛ ਉਹਨੂੰ ਮੀਟ ਕਰਨਾ ਚਾਹੀਦਾ। ਉਹ ਨਹੀਂ ਮੀਟ ਕਰ ਪਾਓਗੇ, ਤੁਸੀਂ ਈਮੇਲ ਕਰਤੀਆਂ, ਜਿਹੜੀ ਰਿਫਿਊਜੀ ਡਿਵੀਜ਼ਨ ਆ ਸਾਰਾ ਈਮੇਲ ਦਾ ਡਾਟਾ ਕਢਾਓਗੇ। ਜਿਹੜੀ ਮੈਂ ਇੱਕ ਗੱਲ ਦੱਸਦਾ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਂ RCM ਰਾਇਲ ਕੈਨੇਡੀ ਮਾਊਂਟੇਡ ਪੁਲਿਸ ਆ ਜਿਹੜੀ, ਉਹ ਸਾਰਾ ਡਾਟਾ ਕਢਾ ਸਕਦੀ ਹੈ, ਜੀਮੇਲ ਦਾ, WhatsApp ਦਾ, ਕਿਸੇ ਦਾ ਵੀ। ਜੇ ਕਿਸੇ ਦੀ ਸੇਫਟੀ ਬਿਲਕੁਲ ਜੀ, ਜਦੋਂ ਆਪਾਂ WhatsApp ਐਪ ਚਲਾਉਂਦੇ ਹਾਂ, ਕੋਈ ਵੀ ਚਲਾਉਂਦੇ ਹਾਂ, ਆਪਾਂ ਐਕਸੈਸ ਦਿੰਦੇ ਉਹਨਾਂ ਨੂੰ, ਆਪਾਂ ਐਗਰੀ ਕਰਦੇ ਹਾਂ ਕਿ ਸਾਡੇ ਤੁਸੀਂ ਸਾਰੇ ਫੋਨ ਦਾ ਐਕਸੈਸ ਲੈ ਲਓ। ਅਤੇ ਸੇਫਟੀ ਸਿਕਿਉਰਿਟੀ ਕ੍ਰਿਮੀਨੈਲਿਟੀ ਫਾਈਂਡ ਆਊਟ ਕਰਨ ਲਈ ਉਹ ਕਿਸੇ ਦੀ ਈਮੇਲ, ਜੀਮੇਲ,
ਫੇਸਬੁੱਕ ਸਾਰਾ ਡਾਟਾ ਕਢਾ ਸਕਦਾ, ਇਹਨਾਂ ਦਾ ਟਾਈ ਅਪ ਹੁੰਦਾ, ਨਹੀਂ ਤਾਂ ਫੇਸਬੁੱਕ ਨੂੰ ਬੰਦ ਕਰ ਦੇਣਗੇ ਇਹਨਾਂ, ਕਿਉਂਕਿ ਉਹਨਾਂ ਨੇ ਸੇਫਟੀ ਸਿਕਿਉਰਿਟੀ ਲਈ ਉਹਨਾਂ ਨੇ ਲਿਖਿਆ ਹੁੰਦਾ ਕਢਾ ਸਕਦੇ ਹੋ, ਤੁਸੀਂ ਐਗਰੀ ਕਰਦੇ ਹੋ ਜਦੋਂ ਤੁਸੀਂ ਐਪ ਚਲਾਉਂਦੇ ਹੋ। ਤੇ ਉਹ ਜਿਹੜੀ ਥ੍ਰੈਟ ਕਹਿ ਰਹੀ ਉਹ ਥ੍ਰੈਟ ਜਿਹੜੇ ਕਰ ਰਹੇ ਨੇ ਈਮੇਲ ਸਾਰੀਆਂ ਕੱਢੀਆਂ ਜਾਣਗੀਆਂ ਵੀ ਇਹਦੀਆਂ ਆਪਣੀਆਂ ਈਮੇਲਸ ਜੋ ਬੰਦਿਆਂ ਨੂੰ ਵੀ ਫੜਨਗੇ। ਇਹਨੂੰ ਨਹੀਂ ਕੁਝ ਹੋ ਸਕਦਾ ਵੀ ਬਿਕੋਜ਼ ਉਹ ਕੈਨੇਡਾ ਬੈਠੀ ਹੈ, ਮੁੰਡੇ ਦੀ ਡੈਥ ਇੱਥੇ ਹੋਈ ਹੈ, ਕੋਈ ਇਹਨਾਂ ਦਾ ਮਤਲਬ ਇੱਦਾਂ ਦਾ ਤਾਲੁਕ ਨਹੀਂ ਹੈਗਾ ਵੀ ਇਹਨੇ ਥੋੜਾ ਮਰਵਾਇਆ ਹੈ। ਦੇਖੋ ਮੈਂ ਮੰਨਦਾ ਸੁਸਾਈਡ ਇੱਥੇ ਹੋਇਆ ਤੇ ਉਹ ਉੱਥੇ ਬੈਠੀ ਸੀ, ਅਬੈਟਮੈਂਟ ਟੂ ਸੁਸਾਈਡ ਤਾਂ ਹੀ ਤਾਂ ਕਹਿੰਦੇ ਨੇ ਵੀ ਤੁਸੀਂ ਪ੍ਰੋਵੋਕ ਕਰਨਾ ਕਿਸੇ ਨੂੰ, ਉਕਸਾਉਣਾ, ਠੀਕ ਹੈ, ਉਹ ਮੈਸੇਜ ਦੇ ਵਿੱਚ ਉਹਦੀ ਫਾਈਲ ਨਾ ਲਾਣੀ, ਪੈਸੇ ਮੰਗਾਉਣੇ ਉਹ ਤੋਂ, ਠੀਕ ਹੈ। ਇਹ FIR ਦਰਜ ਹੋ ਚੁੱਕਿਆ, ਫਾਈਨੈਂਸ਼ੀਅਲ ਫਰਾਡ 13,80,000 ਦਾ ਵੈਸੀ ਰਸੀਦਾਂ ਹੈਗੀਆਂ ਨੇ, ਇਹਦੇ ਏਅਰਪੋਰਟ ਦੀਆਂ ਫਲਾਈਟ ਦੀਆਂ ਟਿਕਟਾਂ ਵੀ ਨੇ 1,12,000 ਦੇ ਵੀ ਆ, 63,000 ਦੇ ਵੀ ਆ। ਜਿਹੜਾ ਮੈਂ ਤੁਹਾਨੂੰ ਦੱਸਦਾ ਜਿਹੜਾ ਦਾ ਵੀਜ਼ਾ ਨਾ ਉਹ ਗਲਤ ਹੈ, ਸਟੱਡੀ ਪਰਮਿਟ ਇਹਦਾ ਗਲਤ ਲੱਗਿਆ, that has induced an error in the administration of the act। ਇੱਕ ਧਾਰਾ 40 ਸਾਫ਼ ਲਿਖਿਆ ਹੋਇਆ, ਜਿਵੇਂ ਜਦੋਂ ਮਾਰਚ ਦੇ ਵਿੱਚ ਇਹਨੇ ਫਾਈਲ ਲਾਈ ਸਟੱਡੀ ਪਰਮਿਟ ਦੀ, ਮਾਰਚ 2018 'ਚ ਜਦੋਂ ਵੀਜ਼ਾ ਆਫਿਸਰ ਕੋਲੋਂ ਫਾਈਲ ਗਈ, ਉਹਦੇ ਸਾਹਮਣੇ ਮੈਂ ਹੁਣ ਵੀਜ਼ਾ ਆਫਿਸਰ ਮੰਨ ਲਓ ਮੇਰੇ ਸਾਹਮਣੇ ਫਾਈਲ ਪਈ ਆ, ਤਾਂ ਮੈਨੂੰ ਪਤਾ ਨਹੀਂ ਸੀ ਇਹਨੇ ਪੇਮੈਂਟ ਕਿੱਥੋਂ ਲਈ, 13,80,000 ਫਲਾਣਾ ਟਿਮਕਾ ਨੇ ਡਿਕਲੇਅਰ ਕਰਤਾ, ਉਹਨੇ ਸੱਚ ਮੰਨ ਲਿਆ, ਆਫਿਸਰ ਨੇ ਸੱਚ ਮੰਨ ਲਿਆ, ਇਹਨੂੰ ਵੀਜ਼ਾ ਦੇਤਾ, ਇੱਕ ਤਰ੍ਹਾਂ ਦਾ ਉੱਲੂ ਬਣਾਉਣਾ ਹੋਇਆ। ਹਾਂਜੀ, ਉਹਨੂੰ ਮਿਸਰੈਪ ਕਹਿੰਦੇ ਨੇ। ਤੁਸੀਂ ਉਸ ਟਾਈਮ ਦਾ ਵੀਜ਼ਾ ਲੈ ਲਿਆ, ਉਹ ਦੇ ਦਿੰਦੇ ਨੇ ਵੀਜ਼ਾ, ਉਹਨਾਂ ਨੂੰ ਪਤਾ ਹੈ ਵੀ ਅਸੀਂ ਬਾਅਦ 'ਚ ਸਾਨੂੰ ਆ ਗਏ ਅਸੀਂ ਫੜ ਲਾਂਗੇ। ਉਸ ਟਾਈਮ ਇੰਨਾ ਮਤਲਬ ਕਿ ਟਰਸਟ ਕਰਦੇ ਨੇ, ਬੜੇ ਕੈਨੇਡੀਅਨ ਬੜੇ ਓਨੈਸਟ ਬੜੇ ਵਧੀਆ ਹੁੰਦੇ ਨੇ, ਉਹ ਵਿਸ਼ਵਾਸ ਕਰ ਲੈਂਦੇ ਨੇ। ਹੁਣ ਅਸੀਂ ਜਿਵੇਂ ਉੱਥੇ ਐਡਰੈਸ ਚੇਂਜ ਕਰਾਉਂਦੇ ਨਾ, ਸਾਡੇ ਤੋਂ ਕੋਈ ਪ੍ਰੂਫ ਹੀ ਨਹੀਂ ਮੰਗਦੇ। ਅੱਛਾ ਸਰ, ਤੁਸੀਂ ਇਹਨਾਂ ਦਾ ਕੇਸ ਲੜ ਰਹੇ ਹੋ, ਤੁਸੀਂ ਉੱਥੇ ਜਾ ਕੇ ਜਿਹੜੀ ਬਣਦੀ ਕਾਰਵਾਈ ਕਰੋਗੇ, ਕੀ ਕੁੜੀ ਨੇ ਉੱਧਰ ਕੋਈ ਵਕੀਲ ਹਾਇਰ ਕੀਤਾ ਹੈ ਜਾਂ ਕੁੜੀ ਦੇ ਮਾਪਿਓ ਨੇ ਕੋਈ ਤੁਹਾਡਾ ਡਿਫੈਂਡੈਂਟ ਜਿਹੜਾ ਹੈ ਹਾਇਰ ਕੀਤਾ ਹੋਵੇ? ਨਹੀਂ ਦੇਖੋ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ, ਨਾ ਮੈਂ ਉਹਨਾਂ ਦੀ ਫੈਮਿਲੀ ਦਾ ਨਾ ਕੋਈ ਕਮੈਂਟ ਕਰ ਸਕਦਾ, ਉਹ ਤੁਸੀਂ ਉਹਨਾਂ ਨੂੰ ਪੁੱਛੋ ਵੀ ਬੇਅੰਤ ਦੇ ਪੇਰੈਂਟਸ ਹੋ ਜਾਂ ਕੁਛ। ਇਹਨਾਂ ਨੇ ਇੱਕ ਲੋਕਲ ਕੋਈ ਵਕੀਲ ਕੀਤਾ ਸੀ ਇੱਥੇ ਬਰਨਾਲੇ 'ਚ, ਠੀਕ ਹੈ, ਤੇ ਉੱਥੇ ਵਕੀਲ ਜਦੋਂ CBS ਦਾ ਨੋਟਿਸ ਵਗੈਰਾ ਜਾਊ ਉੱਥੇ ਇਹਨੂੰ ਹਾਇਰ ਕਰਨਾ ਪਊਗਾ, ਕਿਉਂਕਿ ਇਹ ਜਿਹੜਾ ਸਰਕਾਰ ਵਰਸਸ ਬੇਅੰਤ ਦਾ ਨਾਮ ਦੇ ਚੱਲੂਗਾ, ਜਿਹੜੀ ਅਸੀਂ ਸ਼ਿਕਾਇਤ ਲਿਖ ਕੇ ਦੇਣੀ ਆ ਉੱਪਰ, ਜੋ ਵੀ ਡਾਟਾ ਜਾਂ ਫੈਕਟਸ ਭੇਜਣੇ ਨੇ। ਬਸ ਮੈਂ ਇਹ ਕਹਿੰਦਾ ਵੀ ਇਹਦੇ ਵੀਜ਼ੇ 'ਚ ਐਰਰ ਹੋਈ ਹੈ, ਇਹ ਨਹੀਂ ਹੈ ਕਿ ਤੁਸੀਂ ਸਟੱਡੀ ਪਰਮਿਟ ਦੇ ਉਰੇ ਆ ਗਏ, ਮੰਨ ਲਓ ਮੁੰਡਾ ਉਰੇ ਬੈਠਾ ਉਰੇ ਮਰ ਗਿਆ, ਤਾਂ ਇਹ ਜਿਹੜਾ ਐਰਰ ਹੈ ਨਾ, ਉਹ ਐਰਰ ਨੂੰ ਦਰੁਸਤ ਕੀਤਾ ਜਾ ਸਕਦਾ, ਉਹ ਵੀਜ਼ਾ ਕੈਂਸਲ ਕੀਤਾ ਜਾ ਸਕਦਾ, ਚਾਹੇ ਬੰਦਾ ਸਿਟੀਜ਼ਨ ਵੀ ਬਣ ਜਾਵੇ। ਇਹ ਸੀ ਜੀ ਅਸ਼ੋਕ ਅਰੋੜਾ ਜੀ, ਜਿਹੜੇ ਲੀਗਲ ਕਾਉਂਸਲਰ ਸੀਗੇ ਲਾਡੀ ਦੀ ਫੈਮਿਲੀ ਨੂੰ ਜਿਹੜਾ ਡਿਫੈਂਡ ਇਹ ਕਰ ਰਹੇ ਨੇ, ਕੇਸ ਲੜ ਰਹੇ ਨੇ, ਕਾਫੀ ਵੱਡੇ ਅਹਿਮ ਖੁਲਾਸੇ ਕੀਤੇ ਨੇ। ਉਮੀਦ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜਾ ਲਵਪ੍ਰੀਤ ਨੂੰ ਮਿਲੂਗਾ, ਇਨਸਾਫ ਮਿਲੂਗਾ ਤੇ ਹੋਰ ਜਿਹੜੇ ਇਦਾਂ ਦੇ ਕੇਸਿਸ ਨੇ ਉਹ ਠੱਪ ਹੋਣਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਮੈਨੂੰ ਹੇਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।